ਕਮਾਲ ਇਹ ਹੈ ਕਿ ਇਹਦੇ ਕੈਪਸੂਲਸ ਭਰ ਕੇ ਸਾਡੀਆਂ ਬੱਲੇ ਬੱਲੇ ਹੀ ਨੇ ਫਾਰਮਾਸਿਊਟੀਕਲ ਕੰਪਨੀਜ਼ ਜਿਹੜੇ ਫਟਾਫਟ ਫੜਦੇ ਨੇ ਇਹਦਾ ਫਾਇਦਾ ਤੇ ਧੜਾ ਧੜ ਬਾਜ਼ਾਰਾਂ ਵਿੱਚ ਭਰ ਦਿੰਦੇ ਨੇ। ਤੇ ਅਸੀਂ ਵੀ ਬੜੇ ਖੁਸ਼ ਹੁੰਦੇ ਹਾਂ ਕਿ ਅਸੀਂ ਬਾਜ਼ਾਰੋਂ ਪੈਸੇ ਲਾ ਕੇ ਖਰੀਦ ਲਏ ਤੇ ਗਮਲੇ ਵਿੱਚ ਜਿਹੜੀ ਚੀਜ਼ ਮੁਫਤੋਂ ਮੁਫਤ ਲਾਈ ਸੀ ਉਹ ਜੇ ਅਸੀਂ ਵਰਤ ਲਈ ਤੇ ਸ਼ਾਇਦ ਪਤਾ ਨਹੀਂ ਅਸੀਂ ਭਿੱਟ ਜਾਵਾਂਗੇ। ਸਾਨੂੰ ਵੀ ਸ਼ੌਕ ਹੈ ਮਹਿੰਗੀ ਚੀਜ਼ ਖਰੀਦ ਕੇ, ਸਾਨੂੰ ਸਵਾਦ ਆਉਂਦਾ। ਜਿਹੜੇ ਚਾਹੁੰਦੇ ਨੇ ਕਿ ਕੁਛ ਨਾ ਕੁਛ ਅਜਿਹਾ ਬਾਜ਼ਾਰ ਦੇ ਵਿੱਚ ਮਿਲ ਜਾਵੇ ਜਿਸ ਨਾਲ ਅਸੀਂ ਠੀਕ ਹੋ ਜਾਈਏ। ਕਈ ਤਰ੍ਹਾਂ ਦੀਆਂ ਗੋਲੀਆਂ, ਕਈ ਤਰ੍ਹਾਂ ਦੇ ਕੈਪਸੂਲ, ਕਈ ਤਰ੍ਹਾਂ ਦੇ ਸ਼ੈਂਪੂ ਵਰਤਣੇ ਸ਼ੁਰੂ ਕਰ ਦਿੰਦੇ ਨੇ ਤੇ ਅੱਧੇ ਤਾਂ ਅਜਿਹੇ ਨੇ ਜੋ ਇਹ ਸਭ ਕੁਝ ਵਰਤ ਕੇ ਹਟ ਗਏ, ਪਰ ਫਿਰ ਉਹਨਾਂ ਨੂੰ ਨਕਲੀ ਵਾਲ ਨੇ ਜਿਹੜੇ ਉਹ ਵੀ ਵਰਤਣੇ ਪੈ ਗਏ ਨੇ ਤੇ ਕਈਆਂ ਨੇ ਤਾਂ ਨਕਲੀ ਵਾਲ ਨੇ ਜਿਹੜੇ ਉਹ ਲਗਵਾ ਵੀ ਲਏ ਨੇ, ਜਿੱਥੇ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਕਈਆਂ ਦੀਆਂ ਅੱਖਾਂ ਨੀਲੀਆਂ ਹੋ ਗਈਆਂ, ਕਈਆਂ ਦਾ ਚਿਹਰਾ ਨੀਲਾ ਹੋ ਗਿਆ, ਪਤਾ ਨਹੀਂ ਵਿਚਾਰਿਆਂ ਨੂੰ ਕਿਹੜੀਆਂ ਦੁਵਿਧਾਵਾਂ ਦੇ ਵਿੱਚੋਂ ਨਿਕਲਣਾ ਪਿਆ ਤੇ ਉਹਨਾਂ ਲਈ ਸਿਰਫ ਛੋਟੀ ਜਿਹੀ ਕਲੌਂਜੀ ਇੰਨਾ ਵੱਡਾ ਕੰਮ ਕਰ ਸਕਦੀ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਸੋ ਸਾਰੇ ਹੀ ਪ੍ਰੋਗਰਾਮ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਹੈ ਕਿਉਂਕਿ ਕਲੌਂਜੀ ਬੇਸ਼ੱਕ ਛੋਟੀ ਹੈ ਪਰ ਫਾਇਦਾ ਤੇ ਅਸਰ ਉਸਦਾ ਬਹੁਤ ਜ਼ਿਆਦਾ ਵੱਡਾ ਹੈ। ਇੱਥੋਂ ਤੱਕ ਕਿ ਡਾਕਟਰ ਵੀ ਜੇ ਕੋਈ ਫ੍ਰੀ ਦੇਖ ਲਵੇ ਨਾ ਤੇ ਉਹ ਦਵਾਈ ਦੀ ਬਹੁਤੀ ਮਹੱਤਤਾ ਨਹੀਂ ਲੱਗਦੀ। ਜਦੋਂ ਕਹਿ ਦਿਓ ਨਾ ਵੀ ਹਾਂਜੀ 500 ਰੁਪਏ ਫੀਸ ਦੇ ਕੇ ਭਰ ਕੇ ਆਏ ਨੇ, ਉਹ ਦਵਾਈ ਥੋੜੀ ਜਿਹੀ ਰੈਗੂਲਰ ਖਾਂਦੇ ਨੇ, ਹਾਂਜੀ ਇਹਦਾ ਫਾਇਦਾ ਹੋਏਗਾ ਤੇ ਉਹਦਾ ਫਾਇਦਾ ਤਾਂ ਹੀ ਹੋ ਜਾਂਦਾ ਵੀ ਰੈਗੂਲਰ ਖਾਧੀ ਗਈ। ਕਿਸੇ ਵੀ ਚੀਜ਼ ਨਾਲ ਰਾਤੋਂ ਰਾਤ ਫਾਇਦਾ ਨਹੀਂ ਹੁੰਦਾ। ਆਮ ਤੌਰ ਤੇ ਅਸੀਂ ਇਹੀ ਕਰਦੇ ਹਾਂ ਕਿ ਮਹੀਨਾ ਕੁ ਵਰਤ ਲਿਆ ਤੇ ਫਿਰ ਅਸੀਂ ਢਿੱਲੇ ਪੈ ਜਾਂਦੇ ਹਾਂ, ਛੱਡ ਪਰਾਂ ਫਿਰ ਦੇਖਾਂਗੇ ਜਾਂ ਫਿਰ ਲਾਉਂਦੇ ਹਾਂ। ਕਦੇ 2 ਦੀ ਥਾਂ ਤੇ 1 ਵਾਰ ਲਾ ਲਿਆ, 3 ਵਾਰ ਨਾ ਲਾਇਆ। ਸੋ ਇਹ ਚੀਜ਼ਾਂ ਅਹਿਮ ਨੇ ਕਿ ਅਸੀਂ ਰੈਗੂਲਰ 6 ਮਹੀਨੇ ਤੱਕ ਉਹਨੂੰ ਵਰਤ ਵੀ ਰਹੇ ਹਾਂ ਤੇ ਜੇ ਨਹੀਂ ਵਰਤ ਸਕ ਰਹੇ ਤਾਂ ਫਿਰ ਕਸੂਰ ਕਲੌਂਜੀ ਦਾ ਨਹੀਂ ਜੀ, ਕਸੂਰ ਸਾਡਾ ਜੀ। ਹੁਣ ਤੱਕ ਦੀਆਂ ਲਗਭਗ 400-500 ਕਿਸਮਾਂ ਦੀਆਂ ਇਹੋ ਜਿਹੀਆਂ ਬੇਸ਼ਕੀਮਤੀ ਬੂਟੀਆਂ ਸੀ ਸਦੀਵੀ ਤੌਰ ਤੇ ਇਸ ਧਰਤੀ ਤੋਂ ਖਤਮ ਕਰ ਦਿੱਤੀਆਂ ਜੋ ਅਸੀਂ ਕੈਮੀਕਲ ਸਪਰੇਅ ਕਰਦੇ ਹਾਂ। ਤੇ ਇਹਦੇ ਉੱਤੇ ਵੀ ਅਸੀਂ ਜੋ ਜ਼ਹਿਰ ਭਰ ਕੇ ਇਸ ਵੇਲੇ ਨੁਕਸਾਨ ਆਪਣਾ ਹੀ ਕਰਵਾ ਰਹੇ ਹਾਂ। ਇੱਥੋਂ ਸਮਝ ਆ ਜਾਂਦੀ ਹੈ ਕਿ ਅਸੀਂ ਮਿਲਾਵਟ ਦੇ ਨਾਲ ਨਾਲ, ਕਿਉਂਕਿ ਇਹਦੇ 'ਚ ਬੇਅੰਤ ਅਸੀਂ ਜਿੱਥੇ ਪਿਆਜ਼ਾਂ ਦੇ ਬੀਜ ਮਿਲਾ ਕੇ ਦਿੰਦੇ ਹਾਂ ਤਾਂ ਕਿ ਪੂਰਾ ਅਸਰ ਇਹਦਾ ਨਾ ਹੋ ਸਕੇ, ਜੋ ਕਿ ਵਕਤੀ ਅਸੀਂ ਆਪਣੀ ਫਾਇਦੇ ਲਈ ਦੇ ਰਹੇ ਹਾਂ। ਦੂਜੇ ਪਾਸੇ ਅਸੀਂ ਕੈਮੀਕਲ ਛਿੜਕ ਕੇ ਇਹਦੇ ਵਿੱਚੋਂ ਫਾਇਦਾ ਲੈਣ ਦੀ ਥਾਂ ਆਪਣੇ ਅੰਦਰ ਜ਼ਹਿਰ ਲਗਾਈ ਜਾ ਰਹੇ ਹਾਂ। ਸੋ ਹੋ ਸਕਦਾ ਹੈ ਕਿ ਜੇ ਤੁਸੀਂ ਇਸੇ ਤਰ੍ਹਾਂ ਦਾ ਮਿਕਸਡ ਜਿਹੜੀ ਚੀਜ਼ ਵਿੱਚੋਂ ਇਹ ਤੇਲ ਵਰਤੋ ਤੇ ਤੁਹਾਡੇ ਵਾਲ ਸਗੋਂ ਉੱਗਣ ਦੀ ਥਾਂ ਤੇ ਝੜਨੇ ਵੀ ਸ਼ੁਰੂ ਹੋ ਸਕਦੇ ਨੇ। ਬਹੁਤ ਤਗੜੀ ਵਾਰਨਿੰਗ ਜੇ ਖੋਜ ਬਾਅਦ ਕਿ ਜੇ ਇਹ ਕਲੌਂਜੀ ਦਾ ਤੇਲ ਅਸਲੀ ਨਹੀਂ ਹੈ ਜਾਂ ਇਹਦੇ ਵਿੱਚ ਮਿਕਸਚਰ ਨਾਲ ਮਿਲ ਜਾਂਦਾ ਜੇ, ਜਿਸ 'ਚ ਭਾਵੇਂ ਉਹ ਕੈਮੀਕਲ ਫਰਟੀਲਾਈਜ਼ਰਸ ਹੋਣ ਜਾਂ ਜੋ ਤੁਸੀਂ ਪਿਆਜ਼ਾਂ ਦੇ ਬੀਜ ਜਿਹੜੇ ਕਿ ਠੀਕ ਨਾ ਹੋਣ ਉਹ ਮਿਕਸ ਕੀਤੇ ਗਏ ਹੋਣ ਤੇ ਪੁੱਠਾ ਅਸਰ ਵੀ ਦਿਖਾ ਸਕਦਾ। ਸੋ ਇਹ ਸਾਡੇ ਉੱਤੇ ਹੈ ਕਿ ਅਸੀਂ ਕਿੰਨਾ ਕੁ ਕੁਦਰਤ ਨਾਲ ਖਿਲਵਾੜ ਕਰਨਾ। ਅਸੀਂ ਬੜੇ ਬੇਫਿਕਰੇ ਹੋ ਕੇ ਕਹਿ ਦਿੰਦੇ ਹਾਂ ਕਿਸੇ ਹੋਰ ਕੌਮ 'ਚੋਂ ਅਸੀਂ ਧੀਆਂ ਲੈ ਆਵਾਂਗੇ, ਕੋਈ ਗੱਲ ਨਹੀਂ, ਸਾਡੀ ਕੁੱਲ ਚੱਲਣੀ ਚਾਹੀਦੀ ਹੈ। ਪਰ ਇਹ ਕੁੱਲ ਦੇ ਨਾਲ ਨਾ ਸਮਝਦੀ ਜੇ ਅਸਲ ਵਿੱਚ ਉਸ ਕੌਮ ਦੀ ਜਿਹੜੀ ਹੌਲੀ ਹੌਲੀ ਆਪਣੇ ਕੁੱਖੋਂ ਉਸ ਤਰੀਕੇ ਦੇ ਸ਼ੇਰ ਪੈਦਾ ਨਹੀਂ ਕਰ ਸਕਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਲੈਂਦੇ ਹਾਂ ਵੱਖੋ ਵੱਖਰੇ ਟੌਪਿਕਸ, ਖਾਸ ਕਰਕੇ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਮਾਮਲਿਆਂ ਤੇ ਜਿਨ੍ਹਾਂ ਵਿੱਚ ਅਸੀਂ ਘਰਾਂ ਦੇ ਵਿੱਚ ਬਹਿ ਕੇ ਕੁਝ ਵਿਚਾਰ ਵਟਾਂਦਰਾ ਕਰਦੇ ਹਾਂ ਵੀ ਇਹ ਕਿਹੜੀਆਂ ਚੀਜ਼ਾਂ ਨੇ, ਭਾਵੇਂ ਰਸੋਈ ਦੀਆਂ ਚੀਜ਼ਾਂ ਹੋਣ, ਆਮ ਵਰਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਹੋਣ, ਜਾਂ ਕੋਈ ਖਬਰ ਹੋਵੇ ਜਾਂ ਕੋਈ ਅਜਿਹੀ ਗੱਲ ਜੋ ਪਰਿਵਾਰਿਕ ਮੈਂਬਰਾਂ ਦੇ ਨਾਲ ਸੰਬੰਧਿਤ ਹੋਵੇ। ਤੇ ਨਾਲ ਨਾਲ ਆਪਾਂ ਕਹਿੰਦੇ ਹਾਂ ਵੀ ਇਹ ਇੱਕ ਘਰੇਲੂ ਮਾਮਲਾ ਹੈ ਪਰ ਇਸ ਨੂੰ ਚੱਕਣਾ ਬਣਦਾ, ਇਸ ਤੇ ਗੱਲ ਕਰਨੀ ਬਣਦੀ ਹੈ। ਕਿਹੜਾ ਇਨਸਾਨ ਹੋਵੇ ਜਿਹੜਾ ਸਾਨੂੰ ਖੁੱਲ੍ਹ ਕੇ ਇਸ ਬਾਰੇ ਵਿਚਾਰ ਕਰਕੇ ਦੱਸੇ ਕਿ ਆਖਿਰਕਾਰ ਕੀ ਮਸਲਾ ਹੈ। ਤੇ ਨਾਲ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਸਰੀਰ ਬਾਰੇ, ਸਰੀਰ ਦੀ ਤੰਦਰੁਸਤੀ ਬਾਰੇ, ਸਰੀਰ ਦੇ ਰੋਗਾਂ ਬਾਰੇ, ਕਿਹੜੇ ਰੋਗਾਂ ਨੂੰ ਕਿਸ ਪ੍ਰਕਾਰ ਦੀਆਂ ਖੁਰਾਕਾਂ ਖਾ ਕੇ ਠੀਕ ਕੀਤਾ ਜਾ ਸਕਦਾ। ਸਾਰੀਆਂ ਹੀ ਗੱਲਾਂ ਨੂੰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤੇ ਇਸ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੇ ਲਈ ਤੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਦੇ ਲਈ ਅਕਸਰ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸਾਰੇ ਸੁਣ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਦਾ ਪ੍ਰੋਗਰਾਮ ਬੜਾ ਹੀ ਅਹਿਮ ਪ੍ਰੋਗਰਾਮ ਹੈ। ਵੈਸੇ ਸਾਰੇ ਪ੍ਰੋਗਰਾਮ ਹੀ ਅਹਿਮ ਹੁੰਦੇ ਨੇ ਪਰ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਕਲੌਂਜੀ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਵੀ ਕੀ ਹੁੰਦੀ ਹੈ,
ਕੀ ਇਹਦੇ ਫਾਇਦੇ ਨੇ, ਕਾਹਦੇ ਲਈ ਇਹ ਯੂਜ਼ ਕੀਤੀ ਜਾਂਦੀ ਹੈ। ਪਰ ਉਸ ਤੋਂ ਪਹਿਲਾਂ ਮੈਮ ਤੁਸੀਂ ਦਰਸ਼ਕਾਂ ਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਹੋ, ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਜੀ ਬਿਲਕੁਲ, ਈਸਾ ਮਸੀਹ ਤੋਂ ਲਗਭਗ 1300 ਸਾਲ ਪਹਿਲਾਂ, ਬਲਕਿ ਉਸ ਤੋਂ ਵੀ ਥੋੜਾ ਵੱਧ ਪਿੱਛੇ ਚੱਲਦੇ ਆ, ਟੂਟਨ ਖੈਮਨ ਦੇ ਮਕਬਰੇ ਵਿੱਚ ਜਦੋਂ ਉਹਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ, ਉੱਥੋਂ ਬਹੁਤ ਕੁਝ ਜਦੋਂ ਕੱਢੀਆਂ ਗਈਆਂ ਚੀਜ਼ਾਂ, ਉਹਨਾਂ ਵਿੱਚ ਇੱਕ ਮਹੀਨ ਕਾਲੇ ਬੀਜ ਲੱਭੇ ਜੀ। ਹੁਣ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਇਹ ਚੀਜ਼ ਕੀ ਹੈ, ਤੇ ਉਹਦੇ ਤੇ ਖੋਜ ਆਰੰਭੀ ਗਈ ਤਾਂ ਪਤਾ ਲੱਗਿਆ ਕਿ ਇਹ ਜਿਸ ਵੀ ਯਾਨੀ ਉਹਦੇ ਵਿੱਚ ਜਦੋਂ ਸਾਰੀ ਸੰਪੂਰਨ ਖੋਜ ਹੋਈ ਤਾਂ ਪਤਾ ਲੱਗਿਆ ਕਿ ਇਹ ਕਾਲੇ ਬੀਜ ਕਮਾਲ ਦੇ ਗੁਣ ਆਪਣੇ ਅੰਦਰ ਲੁਕਾਈ ਬੈਠੇ ਨੇ, ਤੇ ਉਹਨੂੰ ਕਲੌਂਜੀ, ਸਾਡੇ ਜੋ ਅੱਜ ਦੇ ਦਿਨ ਅਸੀਂ ਉਹਨੂੰ ਨਾਮ ਦਿੱਤਾ ਹੋਇਆ, ਉਹ ਕਲੌਂਜੀ ਦੇ ਬੀਜ, ਮਤਲਬ ਉਹਨੂੰ ਕਾਲੇ ਬੀਜ ਕਿਹਾ ਜਾਂਦਾ ਜਾਂ ਕਲੌਂਜੀ। ਹੁਣ ਇਹ ਰੱਖੇ ਕਿਉਂ ਗਏ ਸਨ? ਸੋ ਇਸ ਲਈ ਇਹਦੇ ਤੇ ਖੋਜ ਆਰੰਭੀ ਵੀ ਕੀ ਕਾਰਨ ਸੀ ਵੀ ਇਹ ਨਾਲ ਏਡੀ ਵੱਡੀ ਥੈਲੀ ਭਰ ਕੇ ਰੱਖੇ ਗਏ ਜੀ। ਜਦੋਂ ਉਹ ਸਾਰਾ ਉਹਦਾ ਜਿਵੇਂ ਖੋਜ ਮੈਂ ਦੱਸਿਆ ਕੀਤੀ ਗਈ ਤਾਂ ਪਤਾ ਲੱਗਿਆ ਕਿ ਭਾਈ ਇਸ 'ਚ ਇੰਨੇ ਸਾਰੇ ਗੁਣ ਨੇ ਕਿ ਇਹ ਸਿਰਫ ਇੱਕ ਜਨਮ ਤੱਕ ਨਹੀਂ, ਬਲਕਿ ਅਗਲੇ ਕਈ ਜਨਮਾਂ ਤੱਕ ਸਿਹਤਮੰਦ ਰੱਖਣ ਲਈ ਇਸ ਚੀਜ਼ ਨੂੰ ਇੰਨਾ ਯਾਨੀ ਤਗੜਾ ਗਿਣਿਆ ਗਿਆ। ਤੇ ਇਹੀ ਕਾਰਨ ਸੀ ਕਿ ਉਹਦੇ ਮਕਬਰੇ ਦੇ ਵਿੱਚ ਇਹ ਰੱਖੇ ਗਏ ਕਿ ਭਾਈ ਜਿੰਨੇ ਵੀ ਜਨਮ ਲੈਣੇ ਨੇ ਉਸ ਥਾਂ ਤੇ ਜੇ ਇਹ ਨਾ ਵੀ ਹੋਵੇ ਤਾਂ ਤੇਰੇ ਨਾਲ ਹੀ ਇਹ ਦੱਬ ਰਹੇ ਆ, ਤੇ ਇਹਨਾਂ ਦੀ ਵਰਤੋਂ ਕਰੀ ਜਾਇਓ ਤਾਂ ਕਿ ਤੁਸੀਂ ਕਈ ਜਨਮਾਂ ਤੱਕ ਤੰਦਰੁਸਤ ਰਹਿ ਸਕੋ। ਲਓ ਜੀ, ਖੋਜ ਹੋਰ ਅਗਾਂਹ ਤੁਰੀ ਜੀ ਤਾਂ ਪਤਾ ਲੱਗਿਆ ਕਿ ਉਹਨਾਂ ਸਮਿਆਂ ਵਿੱਚ ਕਣਕ ਤੋਂ ਵੱਧ ਮਹਿੰਗੀ ਕਲੌਂਜੀ ਵਿਕਦੀ ਸੀ। ਯਾਨੀ ਇੰਨੀ ਇਹ ਅਸਰਦਾਰ ਤੇ ਇੰਨੀਆਂ ਕਮਾਲ ਦੀਆਂ ਜੋ ਇਹਦੇ ਦਵਾਈਆਂ ਦੇ ਵਿੱਚ ਵਰਤੋਂ ਜਿਵੇਂ ਕੀਤੀ ਗਈ ਆ, ਰੋਗਾਂ ਦੇ ਫਾਇਦੇ ਲਈ ਲੱਭਿਆ ਗਿਆ ਜੀ। ਉਸ ਤੋਂ ਬਾਅਦ ਝਾਤ ਮਾਰੀ ਗਈ ਕਲੀਓਪੈਟਰਾ। ਮੇਰਾ ਖਿਆਲ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਰਾਣੀ ਦੀ ਖੂਬਸੂਰਤੀ ਦੇ ਚਰਚੇ ਅੱਜ ਤੱਕ ਇੰਨੀਆਂ ਸਦੀਆਂ ਬਾਅਦ ਵੀ ਜਾਰੀ ਨੇ। ਉਹਦੇ ਜਦੋਂ ਖੂਬਸੂਰਤੀ ਦੇ ਰਾਜ਼ ਲੱਭੇ ਗਏ ਕਿ ਉਹਦੇ ਕਿਵੇਂ ਖੂਬਸੂਰਤ ਲਹਿਲਹਾਉਂਦੇ ਲੰਬੇ ਵਾਲ ਤੇ ਕਿਆ ਬੇਦਾਗ ਚਿਹਰਾ, ਇੰਨਾ ਖੂਬਸੂਰਤ, ਆਖਰ ਉਹਦਾ ਕੀ ਰਾਜ਼ ਸੀ ਜੀ। ਤਾਂ ਉਦੋਂ ਵੀ ਇਹੋ ਲੱਭਿਆ ਗਿਆ ਕਿ ਕਲੌਂਜੀ ਦਾ ਤੇਲ ਸੀ ਜੋ ਉਹ ਵਾਲਾਂ ਲਈ ਵੀ ਵਰਤਦੀ ਸੀ, ਚਿਹਰੇ ਲਈ ਵੀ ਵਰਤਦੀ ਸੀ, ਤੇ ਉਹੀ ਉਹਦੇ ਸਰੀਰ ਵਾਸਤੇ ਵੀ ਵਰਤੋਂ ਦੇ ਨਾਲ ਉਹ ਉਸ ਨੂੰ ਪੀਂਦੀ ਵੀ ਹੁੰਦੀ ਸੀ, ਜਿਸ ਸਦਕਾ ਉਹ ਤੰਦਰੁਸਤ ਰਹਿ ਸਕੀ, ਖੂਬਸੂਰਤ ਰਹਿ ਸਕੀ। ਤੇ ਇਹੀ ਲਗਭਗ 10ਵੀਂ 11ਵੀਂ ਸਦੀ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਦੀਆਂ ਉਹ ਉਦੋਂ ਦੀਆਂ ਕੋਈ ਦਵਾਈਆਂ ਲੱਭੀਆਂ ਜਾਂ ਕਿਤਾਬਾਂ ਦੇ ਵਿੱਚ ਜੋ ਵੀ ਜ਼ਿਕਰ ਮਿਲਿਆ, ਇਹ ਵੇਖਿਆ ਗਿਆ ਕਿ ਭਾਵੇਂ ਹਾਜ਼ਮੇ ਲਈ ਹੋਵੇ, ਭਾਵੇਂ ਜਿਗਰ ਦੇ ਰੋਗਾਂ ਲਈ ਹੋਵੇ, ਭਾਵੇਂ ਉਤੇਜਨਾ ਵਧਾਉਣ ਲਈ ਹੋਵੇ, ਇਹਦੀ ਵਰਤੋਂ ਇੰਨੀ ਕੁ ਆਮ ਸੀ ਕਿ ਇਹ ਇਬਨ ਸੀਨਾ ਜੋ ਯਾਨੀ ਇੱਕ ਡਾਕਟਰੀ ਦੀ ਸਭ ਤੋਂ ਵੱਡੀ ਅਸੀਂ ਕਿਤਾਬ ਹੁਣ ਤੱਕ ਦੀ ਕਹਿੰਦੇ ਆ, ਉਹਦੇ ਵਿੱਚ ਕਲੌਂਜੀ ਬਾਰੇ ਘੱਟੋ ਘੱਟ ਕਹਿੰਦੇ ਨੇ, ਮੈਂ ਉਹ ਚੀਜ਼ ਅਸਲ 'ਚ ਪੜ੍ਹੀ ਨਹੀਂ, ਸਿਰਫ ਇਹਦੇ ਬਾਰੇ ਲਿਖਿਆ ਹੀ ਸੁਣਿਆ ਕਿ ਉਹਦੇ ਵਿੱਚ ਕਈ ਪੇਜਾਂ ਦੇ ਉੱਪਰ ਇਸ ਦੀ ਮਤਲਬ ਵਧੀਆ ਹੋਣ ਦੇ ਨੁਕਤੇ ਦੱਸੇ ਗਏ ਨੇ, ਜਿਨ੍ਹਾਂ ਵਿੱਚ ਖਾਸ ਤੌਰ ਤੇ ਸਰੀਰਕ ਤਾਕਤ ਵਧਾਉਣ ਲਈ ਇਹਦਾ ਕੋਈ ਸਾਨੀ ਨਹੀਂ। ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਜੇ ਢਹਿੰਦੀ ਕਲਾ ਵੀ ਕਿਸੇ ਨੇ ਠੀਕ ਕਰਨੀ ਹੋਏ ਜਾਂ ਥਕਾਵਟ ਸਰੀਰਕ ਦੂਰ ਹੋਵੇ ਤਾਂ ਕਲੌਂਜੀ ਦੇ ਬੀਜ ਜਾਂ ਕਲੌਂਜੀ ਦਾ ਤੇਲ ਨੰਬਰ 1 ਇਸ ਨੂੰ ਨਾਮ ਦੇ ਦਿੱਤਾ ਗਿਆ। ਹੈਰਾਨ ਹੋਗੇ ਜੇ ਮੈਂ ਦੱਸਾਂ, ਇਸਲਾਮ ਦੀਆਂ ਇਤਿਹਾਸਕ ਕਿਤਾਬਾਂ ਵਿੱਚ ਵੀ ਕਲੌਂਜੀ ਬਾਰੇ ਜ਼ਿਕਰ ਹੈ, ਤੇ ਉਹਦੇ ਵਿੱਚ ਤਾਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਇਹ ਤਾਂ ਲਗਭਗ ਹਰ ਰੋਗ ਵਿੱਚ ਹੀ ਕਿਤੇ ਨਾ ਕਿਤੇ ਮਾੜਾ ਮੋਟਾ ਜਾਦੂਈ ਅਸਰ ਵਿਖਾ ਦਿੰਦਾ ਜੇ। ਹੁਣ ਤੁਸੀਂ ਸੋਚ ਲਓ ਕਿ ਨਬੀ ਅਕਰਮ ਵੱਲੋਂ ਵੀ ਇਹਦੀ ਕਲੌਂਜੀ ਦੇ ਬੀਜਾਂ ਨੂੰ ਸ਼ਹਿਦ ਦੇ ਨਾਲ ਰਲਾ ਕੇ ਲੈਣ ਦਾ ਜ਼ਿਕਰ ਮਿਲਦਾ ਕਿ ਉਹਨਾਂ ਦੀ ਤੰਦਰੁਸਤੀ ਦਾ ਰਾਜ਼ ਇਹ ਸੀ ਕਿ ਉਹਨਾਂ ਨੂੰ ਰੋਗ ਕੋਈ ਚਿੰਬੜਿਆ ਹੀ ਨਹੀਂ, ਤੇ ਕਾਰਨ ਸਿਰਫ ਇਹ ਸੀ ਕਿ ਹਰ ਰੋਜ਼ ਉਹ ਅੱਧਾ ਚਮਚ ਕਲੌਂਜੀ ਦੇ ਬੀਜ ਸ਼ਹਿਦ ਵਿੱਚ ਰਲਾ ਕੇ ਲੈਂਦੇ ਰਹੇ ਜੀ। ਹੁਣ ਇਹਦੇ ਵਿੱਚ ਨਾ ਸਿਰਫ ਦੰਦ ਪੀੜ, ਸਿਰ ਪੀੜ, ਸਾਹ ਦੀਆਂ ਬਿਮਾਰੀਆਂ
ਬਲਕਿ ਢਿੱਡ ਦੇ ਕੀੜੇ ਕੱਢਣ ਲਈ, ਮਾਹਵਾਰੀ ਦੀ ਗੜਬੜੀ ਲਈ, ਛਾਤੀ ਦਾ ਦੁੱਧ ਵਧਾਉਣ ਲਈ, ਨਵਜੰਮੇ ਬੱਚੇ ਲਈ, ਕਿਸੇ ਨੂੰ ਪਿਸ਼ਾਬ ਦਾ ਰੋਕਾ ਹੋਇਆ ਹੋਵੇ, ਜੋੜਾਂ ਦਾ ਦਰਦ, ਐਗਜ਼ੀਮਾ, ਯਾਨੀ ਜੇ ਮੈਂ ਗਿਣਨ ਲੱਗ ਜਾ ਤਾਂ ਮੇਰਾ ਖਿਆਲ ਹੈ ਪੂਰਾ ਆਪਾਂ ਪ੍ਰੋਗਰਾਮ ਹੀ ਉਸੇ ਤੇ ਲਾ ਦਿਆਂਗੇ। ਇੰਨੇ ਫਾਇਦੇ ਇਹਦੇ ਦੇਖੇ ਗਏ, ਜਿਸ ਕਾਰਨ ਇਹ ਪੁਰਾਣੇ ਸਮਿਆਂ ਦੇ ਹਕੀਮ ਨਾ ਸਿਰਫ ਇਹਦੇ ਗਲੇ ਖਰਾਬ ਲਈ ਬਲਕਿ ਵਾਲਾਂ ਦੇ ਝੜਨ ਲਈ ਬਿਹਤਰੀਨ ਇਸ ਨੂੰ ਗਿਣ ਚੁੱਕੇ ਸਨ ਜੀ। ਹੁਣ ਅੱਜ ਦੇ ਦਿਨ ਦੀ ਤਾਂ ਗੱਲ ਬਾਅਦ ਚ ਕਰਾਂਗੀ, ਕਿਉਂ ਇਹਦੀ ਖੋਜ ਆਰੰਭੀ ਗਈ, ਕਿਉਂਕਿ ਇਸ ਨੂੰ ਇਹਦਾ ਨਾਮ ਹੀ ਇਹ ਦਿੱਤਾ ਗਿਆ ਕਿ ਗੈਬੀ ਸ਼ਕਤੀ ਵਾਲਾ ਬੀਜ ਏ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਬਿਹਤਰੀਨ ਇਸ ਦੀਆਂ ਚੀਜ਼ਾਂ ਨਿਕਲੀਆਂ ਹੋਣਗੀਆਂ। ਮੈਂ ਬਿਲਕੁਲ ਸਪਸ਼ਟ ਕਰਦਾ ਕਿਉਂਕਿ ਸਭ ਤੋਂ ਵੱਧ ਭਾਰਤ ਵਿੱਚ ਹੀ ਇਹਦੀ ਉਪਜ ਬਾਰੇ ਜ਼ਿਕਰ ਮਿਲਦਾ ਜੇ। ਆਮ ਤੌਰ ਤੇ ਅਸੀਂ ਇਸ ਨੂੰ ਜੋ ਆਮ ਭਾਸ਼ਾ ਵਿੱਚ ਕਹਿ ਦਿੰਦੇ ਹੁੰਦੇ ਆ ਕਿ ਇਹ ਸ਼ਾਇਦ ਗੰਢਿਆਂ ਦੇ ਜਾਂ ਪਿਆਜ਼ਾਂ ਦੇ ਬੀਜ ਨੇ। ਕੁਝ ਲੋਕ ਇਸ ਨੂੰ ਕਾਲਾ ਜੀਰਾ ਵੀ ਕਹਿ ਦਿੰਦੇ ਨੇ। ਮੈਂ ਬਿਲਕੁਲ ਸਪਸ਼ਟ ਕਰਦਿਆਂ ਕਿ ਇਹ ਪਿਆਜ਼ਾਂ ਦੇ ਬੀਜ ਨਹੀਂ ਹਨ, ਨਾ ਇਹ ਕਾਲਾ ਜੀਰਾ ਹੈ, ਬਲਕਿ ਮਹੀਨ ਕਾਲੇ ਬੀਜ ਇਹਨਾਂ ਦਾ ਨਾਮ ਜੇ, ਜੋ ਕਿ ਬਿਲਕੁਲ ਵੱਖ ਕਿਸਮ ਦਾ ਮਸਾਲਾ ਹੈ ਜਿਸ ਦੇ ਵਿੱਚ ਇਹ ਵਰਤੋਂ ਵਿੱਚ ਆਉਂਦੇ ਨੇ। ਤੁਹਾਨੂੰ ਜੇ ਖਿਆਲ ਹੋਵੇ ਤਾਂ ਨਾਨ ਜਦੋਂ ਵਰਤਦੇ ਆ ਤੇ ਉਹਨਾਂ ਦੇ ਉੱਪਰ ਕਿਹਾ ਜਾਂਦਾ ਕਿ ਕਲੌਂਜੀ ਦੇ ਬੀਜ ਲਾ ਦਿੱਤੇ ਗਏ ਨੇ, ਪਰ ਉਹ ਬਹੁਤੀ ਵਾਰ ਅਫਸੋਸ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਕਲੌਂਜੀ ਦੀ ਥਾਂ ਤੇ ਉਹ ਪਿਆਜ਼ਾਂ ਦੇ ਬੀਜ ਲਾ ਦਿੰਦੇ ਨੇ, ਤਾਂ ਉਸ ਕਾਰਨ ਇਹ ਕੌੜਾ ਜਿਹਾ ਤੁਹਾਨੂੰ ਟੇਸਟ ਆ ਜਾਂਦਾ ਹੈ। ਪਰ ਇਹ ਚੀਜ਼ ਅਸਲ 'ਚ ਬਿਲਕੁਲ ਇਹਨਾਂ ਤੋਂ ਵੱਖਰੀ ਹੈ। ਸਾਡੇ ਮਹਾਨ ਕੋਸ਼ ਵਿੱਚ ਇਹਦਾ ਨਾਮ ਕਾਲੀ ਜੀਰੀ, ਜੀਰਾ ਨਹੀਂ ਕਾਲੀ ਜੀਰੀ ਦਾ ਨਾਮ ਦਿੱਤਾ ਗਿਆ। ਇਹ ਦਰਅਸਲ ਜਿਸ ਕਾਰਨ ਹੁਣ ਖੋਜਾਂ ਤੋਂ ਬਾਅਦ, ਕਿਉਂਕਿ ਬਹੁਤ ਮਹਿੰਗੇ ਇਹਦੇ ਸ਼ੈਂਪੂ, ਬਹੁਤ ਮਹਿੰਗੇ ਕੰਡੀਸ਼ਨਰ, ਫੇਸ ਪੈਕਸ ਇਹਦੇ ਮਿਲ ਰਹੇ ਨੇ ਜਿਨ੍ਹਾਂ ਦਾ ਅਸਰ ਉਹ ਕਲੇਮ ਕਰਦੇ ਨੇ, ਜਿਹੜੇ ਵੀ ਕੰਪਨੀਆਂ ਬਣਾ ਰਹੀਆਂ ਨੇ ਕਿ 100% ਅਸਰ ਵੇਖ ਸਕਦੇ। ਕਾਰਨ ਇਹ ਕਿ ਵਾਲਾਂ ਦੀ ਖੂਬਸੂਰਤੀ ਲਈ ਜਾਂ ਚਿਹਰੇ ਦੀ ਮਾਲਿਸ਼ ਜਾਂ ਸਰੀਰ ਦੀ ਮਾਲਿਸ਼ ਲਈ ਜਿੰਨੇ ਕੁ ਹੁਣ ਫੇਸ ਪੈਕਸ ਵੀ ਅੱਜ ਕੱਲ ਬਾਜ਼ਾਰਾਂ ਵਿੱਚ ਮਿਲ ਰਹੇ ਨੇ, ਉਹ ਇਹਦੇ ਵਿਚਲਾ ਇੱਕ ਥਾਈਮੋਕੁਇਨੋਨ ਇਹਦੇ ਵਿੱਚ ਹੁੰਦਾ ਜੇ ਅੰਸ਼, ਜੋ ਐਂਟੀਆਕਸੀਡੈਂਟ ਜੇ ਤੇ ਬੜਾ ਕਮਾਲ ਦਾ ਅਸਰ ਵਿਖਾਉਂਦਾ ਜੀ। ਹੁਣ ਇਹਦੇ ਵਿੱਚ ਜਿਸ ਤਰੀਕੇ ਦੇ ਇਹਦੇ ਅਸਰ ਵੇਖਣ ਨੂੰ ਮਿਲੇ, ਜੋ ਮਹਿੰਗੇ ਤੇਲ ਇਸ ਵੇਲੇ ਬਾਜ਼ਾਰਾਂ ਵਿੱਚ ਨੇ ਜਿਨ੍ਹਾਂ ਤੇ ਆਰਗੈਨਿਕ ਲਫ਼ਜ਼ ਵਰਤ ਕੇ ਤਾਂ ਕਈ ਹੀ ਗੁਣਾ ਮਹਿੰਗੇ ਹੋ ਜਾਂਦੇ ਨੇ, ਪਰ ਕਮਾਲ ਇਹ ਹੈ ਕਿ ਇਹਦੇ ਕੈਪਸੂਲਸ ਭਰ ਕੇ ਸਾਡੀਆਂ ਬੱਲੇ ਬੱਲੇ ਹੀ ਨੇ ਫਾਰਮਾਸਿਊਟੀਕਲ ਕੰਪਨੀਜ਼, ਜਿਹੜੇ ਫਟਾਫਟ ਫੜਦੇ ਨੇ ਇਹਦਾ ਫਾਇਦਾ ਤੇ ਧੜਾ ਧੜ ਬਾਜ਼ਾਰਾਂ ਵਿੱਚ ਭਰ ਦਿੰਦੇ ਨੇ। ਤੇ ਅਸੀਂ ਵੀ ਬੜੇ ਖੁਸ਼ ਹੁੰਦੇ ਹਾਂ ਕਿ ਅਸੀਂ ਬਾਜ਼ਾਰੋਂ ਪੈਸੇ ਲਾ ਕੇ ਖਰੀਦ ਲਏ ਤੇ ਗਮਲੇ ਵਿੱਚ ਜਿਹੜੀ ਚੀਜ਼ ਮੁਫਤੋਂ ਮੁਫਤ ਲਾਈ ਸੀ ਉਹ ਜੇ ਅਸੀਂ ਵਰਤ ਲਈ ਤੇ ਸ਼ਾਇਦ ਪਤਾ ਨਹੀਂ ਅਸੀਂ ਭਿੱਟ ਜਾਵਾਂਗੇ। ਸਾਨੂੰ ਵੀ ਸ਼ੌਕ ਹੈ ਮਹਿੰਗੀ ਚੀਜ਼ ਖਰੀਦ ਕੇ, ਸਾਨੂੰ ਸਵਾਦ ਆਉਂਦਾ। ਇੱਥੋਂ ਤੱਕ ਕਿ ਡਾਕਟਰ ਵੀ ਜੇ ਕੋਈ ਫ੍ਰੀ ਦੇਖ ਲਵੇ ਨਾ ਤੇ ਉਹ ਦਵਾਈ ਦੀ ਬਹੁਤੀ ਮਹੱਤਤਾ ਨਹੀਂ ਲੱਗਦੀ। ਜਦੋਂ ਕਹਿ ਦਿਓ ਨਾ ਵੀ ਹਾਂਜੀ 500 ਰੁਪਏ ਫੀਸ ਦੇ ਕੇ ਭਰ ਕੇ ਆਏ ਨੇ, ਉਹ ਦਵਾਈ ਥੋੜੀ ਜਿਹੀ ਰੈਗੂਲਰ ਖਾਂਦੇ ਨੇ, ਹਾਂਜੀ ਇਹਦਾ ਫਾਇਦਾ ਹੋਏਗਾ, ਤੇ ਉਹਦਾ ਫਾਇਦਾ ਤਾਂ ਹੀ ਹੋ ਜਾਂਦਾ ਵੀ ਰੈਗੂਲਰ ਖਾਧੀ ਗਈ। ਸੋ ਇਹ ਸਾਡੀ ਸੋਚ ਇਸ ਤਰੀਕੇ ਦੀ ਬਣ ਚੁੱਕੀ ਹੈ ਕਿ ਅਸੀਂ ਮਹਿੰਗੀ ਚੀਜ਼ ਤਾਂ ਖਰੀਦ ਸਕਦੇ ਹਾਂ, ਪਰ ਕੁਦਰਤੀ ਜਿਹੜੀ ਸਾਨੂੰ ਮੁਫਤੋਂ ਮੁਫਤ ਮਿਲੀ ਉਹਦੀ ਅਹਿਮੀਅਤ ਸਮਝਦੇ ਨਹੀਂ ਆ। ਹੁਣ ਕਲੌਂਜੀ ਵਿੱਚ ਇੱਕ ਲਿਨੋਲਿਕ ਐਸਿਡ ਹੈ ਜੋ ਇਹਦੇ ਚ ਭਰਿਆ ਪਿਆ, ਤੇ ਉਹ ਕਮਾਲ ਇਹ ਵੇਖੋ ਕਿ ਜਿਹੜੇ ਵਾਲਾਂ ਨੂੰ ਜ਼ਿਆਦਾ ਦੇਰ ਤੱਕ ਕਾਲਾ ਰੱਖਣ ਵਿੱਚ ਕਮਾਲ ਦਾ ਕੁਦਰਤੀ ਅਸਰ ਵਿਖਾਉਂਦਾ ਹੈ। ਯਾਨੀ ਇਹ ਇੰਨੀ ਇਹਦੇ ਅੰਦਰ ਜਿਹੜੀ ਕੁਦਰਤੀ ਮੈਲਾਨਿਨ ਹੁੰਦੀ ਜੇ ਉਹਦੇ ਵਰਗਾ ਲਗਭਗ ਅਸਰ ਦਿਖਾ ਦਿੰਦਾ ਜੇ। ਮੈਲਾਨਿਨ ਜ਼ਿਆਦਾ ਦੇਰ ਤੱਕ ਟਿਕੀ ਰਹਿ ਸਕਦੀ ਜੇ। ਸੋ ਇਹ ਕੁਦਰਤੀ ਜੋ ਵਾਲਾਂ ਦਾ ਰੰਗ ਕਾਲਾ ਕਰਨਾ ਹੋਏ ਤਾਂ ਆਪਾਂ ਵਰਤੋਂ ਬਾਅਦ ਦੱਸਾਂਗੇ ਕਿੰਨੀ ਮਾਤਰਾ ਵਿੱਚ ਕਿਸ ਚੀਜ਼ ਲਈ ਲੈਣੇ ਨੇ। ਜੀ ਜੀ। ਸੋ ਇਸੇ ਕਾਲੇ ਕਰਨ ਵਿੱਚ, ਕਾਲੇ ਰੱਖਣ ਵਿੱਚ ਇਹ ਜਿਹੜੇ ਕਲੌਂਜੀ ਦੇ ਵਿਚਲੇ ਇਹਨਾਂ ਦੇ ਜੋ ਅੰਸ਼ ਨੇ, ਜਿਵੇਂ ਮੈਂ ਥਾਈਮੋਕੁਇਨੋਨ ਦੱਸਿਆ ਜਾਂ ਨਾਈਗਲੋਨ ਹਨ, ਇਹ ਕਾਫੀ ਅਸਰਦਾਰ ਜੀ। ਇਹਦੇ ਵਿੱਚ ਜਿਹੜੇ ਜੋ ਤੇਲ ਹੁੰਦਾ ਜੇ ਕਲੌਂਜੀ ਦੇ ਬੀਜਾਂ ਦਾ, ਇਹਦੇ ਚ ਕੁਦਰਤੀ ਵੀ ਐਲਰਜੀ ਰੋਕਣ ਦੇ ਤੱਤ ਕਾਫੀ ਭਰੇ ਪਏ ਨੇ। ਹੁਣ ਇਹੀ ਨੇ ਜਿਹੜੇ ਕਿੱਲ ਮੁਹਾਂਸੇ ਵੀ ਮੂੰਹ ਤੇ ਹੋ ਜਾਣ
ਤਾਂ ਇਹ ਪੋਲਾ ਜਿਸ ਤਰ੍ਹਾਂ ਮਸਾਜ ਉਹਦੇ ਉੱਤੇ ਕੀਤਾ ਜਾਵੇ ਜਾਂ ਉਹਨਾਂ ਦੇ ਉੱਪਰ ਹੀ ਲਗਾ ਦਿੱਤਾ ਜਾਵੇ ਤਾਂ ਉਹਨਾਂ ਦੇ ਦਾਗ ਪਏ ਵੀ ਇਹ ਪੂਰੀ ਤਰ੍ਹਾਂ ਠੀਕ ਕਰ ਸਕਦੇ ਨੇ। ਖਾਸ ਤੌਰ ਤੇ ਜਿਨ੍ਹਾਂ ਦੇ ਛਾਤੀ ਜਾਂ ਪਿੱਠ ਉੱਤੇ ਵੀ ਜੇ ਇਹ ਕਿੱਲ ਮੁਹਾਂਸੇ ਹੋਣੇ ਸ਼ੁਰੂ ਹੋ ਜਾਣ ਤਾਂ ਇਹ ਤੇਲ ਕਾਫੀ ਅਸਰਦਾਰ ਜੇ। ਇਹਨੂੰ ਖਾਣ ਨਾਲ ਵੀ ਬੀਜ ਖਾਣ ਨਾਲ ਵੀ ਬੜੇ ਵਧੀਆ ਅਸਰ ਵੇਖੇ ਜਾ ਸਕਦੇ ਨੇ ਜੀ। ਹੁਣ ਇਹਦੇ ਵਿੱਚ ਕੁਦਰਤੀ ਅਮਾਈਨੋ ਐਸਿਡ ਵੀ ਨੇ ਜਿਹੜੇ ਵਾਲਾਂ ਨੂੰ ਲਿਸ਼ਕ ਪ੍ਰਦਾਨ ਵੀ ਕਰ ਦਿੰਦੇ ਨੇ ਤੇ ਚਮੜੀ ਲਈ ਵੀ ਬਿਹਤਰੀਨ ਨੇ। ਜਦੋਂ ਕਿੱਲ ਮੁਹਾਂਸਿਆਂ ਲਈ ਵਰਤਣਾ ਹੋਏ ਤਾਂ ਮੈਂ ਸਿਰਫ ਖੋਜ ਦੇ ਉੱਤੇ ਆਧਾਰਿਤ ਹੀ ਗੱਲ ਕਰਾਂਗੀ। ਮੇਰਾ ਖਿਆਲ ਹੈ ਨਵਦੀਪ ਜੀ, ਆਪਾਂ ਹਰ ਵਾਰ ਜ਼ਿਕਰ ਕਰਦੇ ਹਾਂ, ਮੈਂ ਫਿਰ ਵੀ ਇਸ ਵਾਰ ਦੁਬਾਰਾ ਜ਼ਿਕਰ ਕਰ ਰਹੀ ਹਾਂ ਕਿ ਮੈਂ ਆਯੁਰਵੈਦਿਕ ਡਾਕਟਰ ਨਹੀਂ ਹਾਂ, ਐਲੋਪੈਥਿਕ ਡਾਕਟਰ ਹਾਂ। ਤੇ ਜਿਹੜੀਆਂ ਖੋਜਾਂ ਇਨਸਾਨਾਂ ਉੱਤੇ ਹੋਈਆਂ ਨੇ, ਮਨੁੱਖਾਂ ਤੇ ਹੋਈਆਂ ਨੇ, ਉਹਨਾਂ ਵਿੱਚ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਇਹੋ ਜਿਹੀ ਚੀਜ਼ ਸਾਹਮਣੇ ਦਿਖੇ ਜਿਹਦਾ ਫਾਇਦਾ ਵੀ ਹੁੰਦਾ ਦਿਖੇ, ਜਦੋਂ ਉਸ ਚੀਜ਼ ਦੀ ਖੋਜ ਸਾਡੇ ਮੈਡੀਕਲ ਲਿਟਰੇਚਰ ਵਿੱਚ ਛਪਦੀ ਜੇ, ਸਿਰਫ ਓਨੀ ਕੁ ਚੀਜ਼ ਸਾਂਝੀ ਕੀਤੀ ਜਾਂਦੀ ਹੈ ਕਿਉਂਕਿ ਮੈਂ ਆਪ ਓਨੀ ਵੱਡੀ ਪੱਧਰ ਤੇ ਲੋਕਾਂ ਤੇ ਨਾ ਤਾਂ ਇਹ ਅਜ਼ਮਾਇਆ ਤੇ ਨਾ ਮੈਂ ਇਸ ਤੋਂ ਵੱਧ ਕੋਈ ਫਾਲਤੂ ਗੱਲ ਆਪਣੇ ਕੋਲੋਂ ਬਣਾ ਕੇ ਕਰ ਸਕਦੀ ਹਾਂ। ਸੋ ਜੋ ਜਿੰਨਾ ਕੁ ਖੋਜ ਵਿੱਚ ਉਹਨਾਂ ਨੇ ਵਰਤਿਆ ਉਸੇ ਦੇ ਆਧਾਰ ਉੱਤੇ ਹੀ ਗੱਲ ਕਰ ਰਹੇ ਹਾਂ ਜੀ। ਸੋ ਜਿਹੜੇ ਚਿਹਰੇ ਦੇ ਕਿੱਲ ਮੁਹਾਂਸਿਆਂ ਲਈ ਇਹ ਵਰਤਿਆ ਗਿਆ ਸੀ ਕਲੌਂਜੀ ਦੇ ਤੇਲ ਨੂੰ, ਉਹਨੂੰ ਉਹਨਾਂ ਨੇ 2 ਮਹੀਨੇ ਲਗਾਤਾਰ ਇਹਨੂੰ ਰੋਜ਼ 2 ਟਾਈਮ ਵਰਤਿਆ ਸੀ ਕਲੌਂਜੀ ਦਾ ਤੇਲ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਖੋਜ ਵਿੱਚ ਕਿ ਉਹਦੇ ਜਿਹੜੇ ਦਾਗ ਸਨ ਉਹ ਲਗਭਗ ਨਾ ਬਰਾਬਰ ਰਹਿ ਗਏ ਸਨ, ਬਸ਼ਰਤੇ ਕਿ ਕੋਈ ਹਾਰਮੋਨਲ ਚੇਂਜਸ ਨਾ ਵੱਡੀ ਗਿਣਤੀ 'ਚ ਹੋਈਆਂ ਹੋਣ। ਸੋ ਇਹ ਖੋਜ ਦੇ ਨਤੀਜੇ ਸਨ। ਹੁਣ ਇਹਦੇ ਵਿੱਚ ਇੱਕ ਹੋਰ ਵੱਖ ਖੋਜ ਸੀ ਜਿਸ 'ਚ ਲਗਭਗ 60 ਜਣਿਆਂ ਨੂੰ 2 ਮਹੀਨੇ ਲਈ ਇਸੇ ਤਰ੍ਹਾਂ ਫਿਰ ਲਾਇਆ ਗਿਆ, ਜਿਨ੍ਹਾਂ ਨੂੰ ਨਾਲ ਬਿਲਕੁਲ ਇੱਕ ਵੀ ਦਵਾਈ ਨਹੀਂ ਦਿੱਤੀ ਗਈ, ਜਿਨ੍ਹਾਂ ਦੇ ਬਹੁਤ ਐਕਸਟੈਂਸਿਵ ਸਨ, ਯਾਨੀ ਪੂਰਾ ਹੀ ਛਾਤੀ ਪਿੱਠ ਸਾਰੇ ਭਰੇ ਹੋਏ, ਮੂੰਹ ਤੇ ਵੱਡੇ ਵੱਡੇ ਕਿੱਲ ਮੁਹਾਂਸੇ ਦਾਗ ਪੈ ਗਏ। ਉਹਨਾਂ ਵਿੱਚ ਵੀ ਇਹ ਖੋਜ ਕਲੇਮ ਕਰਦੀ ਜੇ ਕਿ 2 ਮਹੀਨੇ ਸਵੇਰੇ ਸ਼ਾਮ ਲਾਉਣ ਨਾਲ 78% ਉਹਨਾਂ ਦੇ ਦਾਗ ਬਗੈਰ ਕਿਸੇ ਦਵਾਈ ਦੇ ਇਕੱਲੇ ਕਲੌਂਜੀ ਦੇ ਤੇਲ ਲਾਉਣ ਨਾਲ ਠੀਕ ਹੋਏ ਲੱਭੇ। ਮੈਂ ਫਿਰ ਦੁਹਰਾ ਦਿਆਂ ਕਿ ਨਾਲ ਕੋਈ ਹੋਰ ਹਾਰਮੋਨਲ ਉਹਨਾਂ ਦੇ ਟੈਸਟਾਂ ਵਿੱਚ ਜੇ ਨੁਕਸ ਨਹੀਂ ਸੀ ਤਾਂ ਇਹ ਅਸਰ ਦਿਖੇ ਸਨ ਜੀ। ਹੁਣ ਇਹੀ ਸਾਰੇ ਅਸਰ ਕਿਸ ਤਰੀਕੇ ਦੇਖੋ ਚਮੜੀ ਲਈ ਕਮਾਲ ਦਾ ਅਸਰ ਦਿਖਾਉਂਦੀ ਜੇ ਸੋਰਾਇਸਿਸ ਹੈ, ਜਿਹਦੇ ਵਿੱਚ ਨਾ ਤੁਹਾਡੇ ਲਾਲ ਜੇ ਇਸ ਤਰ੍ਹਾਂ ਚਮੜੀ ਤੇ ਉਹ ਯਾਨੀ ਉਹ ਉਖੜਦੀ ਜੀ ਚਮੜੀ ਤੁਹਾਨੂੰ ਉਸ ਤਰੀਕੇ ਦਿਸ ਜਾਂਦੀ ਜੇ ਬਿਮਾਰੀ ਸੱਚਮੁੱਚ ਜਿੱਦ ਫੜ ਕੇ ਹੀ ਬਹਿ ਜਾਂਦੀ, ਉਹ ਬਿਮਾਰੀ ਹੈ, ਜਾਂਦੀ ਘੱਟ ਹੀ ਹੈ। ਉਹਦੇ ਵਿੱਚ ਜਿਸ ਤਰ੍ਹਾਂ ਇਸ ਨੇ ਅਸਰ ਦਿਖਾਇਆ, ਮੈਂ ਐਗਜ਼ੈਕਟ ਮਾਤਰਾ ਦੱਸਾਂਗੀ ਜੋ ਖੋਜ ਵਿੱਚ ਵਰਤੀ ਗਈ, ਜਿਸ ਵਿੱਚ ਕਲੌਂਜੀ ਦਾ ਤੇਲ, ਜੈਤੂਨ ਦਾ ਤੇਲ, ਟੀ ਟਰੀ ਆਇਲ ਦੇ ਨਾਲ ਕੋਕੋ ਬਟਰ, ਵਿਟਾਮਿਨ ਏ, ਵਿਟਾਮਿਨ B12 ਇਹ ਮਿਸ਼ਰਣ ਬਰਾਬਰ ਦਾ ਰਲਾ ਕੇ ਇਹਨਾਂ ਡਾਕਟਰਾਂ ਨੇ ਖੋਜੀਆਂ ਉੱਤੇ 3 ਮਹੀਨੇ 2 ਟਾਈਮ ਲਾਇਆ ਸੀ। ਉਹ ਬਿਮਾਰੀ ਜਿਹੜੀ ਅਸੀਂ ਲਗਭਗ ਸਮਝਦੇ ਹਾਂ ਕਿ ਨਾਮੁਮਕਿਨ ਇਹਦਾ ਇਲਾਜ ਹੋਣਾ, ਉਹਨਾਂ ਵਿੱਚ ਵੀ ਉਹਨਾਂ ਨੇ ਕਿਹਾ 75%, ਬਹੁਤ ਵੱਡੀ ਗਿਣਤੀ ਹੁੰਦੀ ਜੇ ਜਦੋਂ ਮੈਡੀਕਲ ਦੀ ਇਹੋ ਜਿਹੀ ਗੱਲ ਕਰੀਏ, ਕਿ 75% ਦੇ ਇਹ ਨੁਕਸ ਜੋ ਇਹਨਾਂ ਨੂੰ ਸੀ ਸੋਰਾਇਸਿਸ ਦਾ 75% ਤੱਕ ਠੀਕ ਹੋ ਗਿਆ ਜ਼ਖਮ। ਜ਼ਰਾ ਇੱਕ ਵਾਰ ਮੈਂ ਫਿਰ ਦੁਹਰਾ ਦਿਆਂ, ਬਰਾਬਰ ਦੀ ਮਾਤਰਾ 'ਚ ਉਹਨਾਂ ਨੇ ਕਲੌਂਜੀ ਦਾ ਤੇਲ, ਜੈਤੂਨ ਦਾ ਤੇਲ, ਟੀ ਟਰੀ ਆਇਲ, ਕੋਕੋ ਬਟਰ, ਵਿਟਾਮਿਨ ਏ ਤੇ ਵਿਟਾਮਿਨ B12 ਇਹ ਬਰਾਬਰ ਦੀਆਂ ਇੱਕ ਮਿਕਸਚਰ ਕਰੀਮ ਸੀ ਜਿਸ ਵਿੱਚ ਇਹ ਵਰਤਿਆ ਗਿਆ ਹੈ। ਹੁਣ ਜਿਹੜੇ ਉਹਨਾਂ ਨੇ ਜਦੋਂ ਇਹ ਚੀਜ਼ਾਂ ਵਰਤ ਰਹੇ ਸਨ ਤਾਂ ਧਿਆਨ ਕੀਤਾ ਕਿ ਜਿਨ੍ਹਾਂ ਦੇ ਨਾਲੋਂ ਨਾਲ ਕੋਈ ਹੋਰ ਜ਼ਖਮ ਸੱਟ ਵੱਜ ਗਈ ਜੀ, ਹੁਣ ਉਹਦੇ ਉੱਤੇ ਵੀ ਜਦੋਂ ਇਸ ਤਰ੍ਹਾਂ ਦਾ ਇਹ ਲਾ ਦਿੱਤਾ ਗਿਆ ਮਿਸ਼ਰਣ ਤਾਂ ਦੇਖਿਆ ਗਿਆ ਕਿ ਉਹ ਵੀ ਛੇਤੀ ਭਰ ਗਏ। ਫਿਰ ਇਹਨਾਂ ਨੇ ਯਾਨੀ ਕੱਲੇ ਹੀ ਕਲੌਂਜੀ ਦੇ ਤੇਲ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਕਿ ਜੇ ਕੋਈ ਜ਼ਖਮ ਜਿਹੜਾ ਅੱਲਾ ਹੈ ਜੇ ਨਾ ਉਹ ਠੀਕ ਹੋ ਰਿਹਾ ਹੋਏ ਤਾਂ ਉਹ ਜਿਸ ਵਿੱਚ ਖਾਸ ਤੌਰ ਤੇ ਅੱਗ ਨਾਲ ਕੁਝ ਸੜਿਆ ਹੋਵੇ, ਕੋਈ ਸੱਟ ਦੇ, ਕੋਈ ਚੀਰੇ ਦੇ ਜਾਂ ਸ਼ੱਕਰ ਰੋਗੀਆਂ ਦੇ ਜ਼ਖਮ ਛੇਤੀ ਭਰਦੇ ਨਹੀਂ ਜੀ, ਉਹਨਾਂ ਸਾਰਿਆਂ ਲਈ ਵੀ ਇਹਨਾਂ ਨੇ ਕੱਲਾ ਜਦੋਂ ਜੈਤੂਨ ਨਹੀਂ ਕੱਲਾ ਜਦੋਂ ਯਾਨੀ ਸਿਰਫ
ਇਹੀ ਕਲੌਂਜੀ ਦਾ ਤੇਲ ਹੀ ਜਦੋਂ ਵਰਤਿਆ ਗਿਆ ਤਾਂ ਦੇਖਿਆ ਇਹ ਸਾਰਿਆਂ ਵਿੱਚ ਹੀ ਬਹੁਤ ਫਾਇਦਾ ਹੋਇਆ। ਕਾਰਨ ਫਿਰ ਲੱਭਿਆ ਗਿਆ ਕਿ ਇਹਦਾ ਥਾਈਮੋਕੁਇਨੋਨ ਜੋ ਇਹਦੇ ਵਿੱਚ ਅੰਸ਼ ਹੈ ਉਹ ਜ਼ਖਮ ਵੀ ਭਰਦਾ ਹੈ, ਨਵੀਂ ਚਮੜੀ ਵੀ ਉੱਤੇ ਬਣਾ ਦਿੰਦਾ ਜੇ, ਕੀਟਾਣੂਆਂ ਤੋਂ ਵੀ ਬਚਾਉਂਦਾ ਜੇ। ਸੋ ਇਹ ਉਹਦੇ ਵਿੱਚ ਕਾਫੀ ਅਸਰਦਾਰ ਦਿੱਤਿਆ। ਹੁਣ ਇੱਕ ਹੋਰ ਖੋਜ ਇਹਦੇ ਲਈ ਆਰੰਭੀ ਗਈ ਜਿਸ 'ਚ ਉਹ ਚੂਹੇ ਲਏ ਗਏ ਜਿਨ੍ਹਾਂ ਦੀ ਚਮੜੀ ਕਾਫੀ ਸੜੀ ਹੋਈ ਸੀ ਜੀ। ਉਹਨਾਂ ਨੂੰ ਇਹਨਾਂ ਨੇ ਸ਼ਹਿਦ ਦੇ ਵਿੱਚ ਕਲੌਂਜੀ ਦਾ ਤੇਲ ਰਲਾ ਕੇ ਜਦੋਂ ਉਹਨਾਂ ਦੇ ਉਹ ਸੜੇ ਹੋਏ ਥਾਂ ਦੇ ਉੱਪਰ ਲਾਇਆ ਤਾਂ ਫਿਰ ਦੇਖਿਆ ਕਿ ਇਹ ਤਾਂ ਇੰਨੀ ਛੇਤੀ ਉਹਦੇ ਜ਼ਖਮ ਭਰੇ, ਉਹਨਾਂ ਨੂੰ ਪੀੜ ਦਾ ਅਹਿਸਾਸ ਘੱਟ ਹੋਇਆ ਕਿ ਇਹ ਉਦੋਂ ਇਸੇ ਖੋਜੀਆਂ ਨੇ ਹੀ ਇਹ ਬਾਕਾਇਦਾ ਨੋਟ ਪਾਇਆ ਕਿ ਇਸ ਪ੍ਰਤੀ ਖੋਜ ਹੋਰ ਕਰਨ ਦੀ ਲੋੜ ਹੈ, ਕਿਉਂਕਿ ਇਹ ਇੰਨਾ ਕਮਾਲ ਦਾ ਅਸਰ ਜੋ ਚੂਹਿਆਂ ਉੱਤੇ ਦਿਸਿਆ, ਸੋ ਮਨੁੱਖੀ ਚਮੜੀ ਉੱਤੇ ਵੀ ਇਸ ਤਰ੍ਹਾਂ ਦਾ ਅਸਰ ਵੇਖਣਾ ਚਾਹੀਦਾ। ਹਾਂ, ਸੰਨ 2004 ਵਿੱਚ ਇੱਕ ਪਹਿਲੀ ਜੋ ਖੋਜ ਹੋਈ, ਉਸ ਤੋਂ ਬਾਅਦ ਫਿਰ ਸੰਨ 2014 ਵਿੱਚ ਹੋਈ, ਫਿਰ ਸੰਨ 2020 ਵਿੱਚ ਹੋਈ। ਉਹਦੇ ਵਿੱਚ ਵਰਜਨ ਕੋਕੋਨਟ ਆਇਲ ਯਾਨੀ ਆਮ ਖੋਪੇ ਦਾ ਤੇਲ ਨਹੀਂ, ਵਰਜਨ ਖੋਪੇ ਦਾ ਤੇਲ ਤੇ ਉਹਦੇ ਵਿੱਚ ਕਲੌਂਜੀ ਦਾ ਤੇਲ ਬਰਾਬਰ ਮਾਤਰਾ ਵਿੱਚ ਰਲਾ ਕੇ ਰੋਜ਼ 3 ਵਾਰ ਸਿਰ ਦੇ ਉਸ ਹਿੱਸੇ ਵਿੱਚ ਹਲਕੀ, ਦੇਖੋ ਮਾਲਿਸ਼ ਦਾ ਮਤਲਬ ਬਹੁਤ ਹਲਕੀ, ਯਾਨੀ ਰਗੜ ਕੇ ਨਹੀਂ ਕਿ ਵਾਲ ਹੀ ਸਾਰੇ ਕੱਢ ਦੇਣੇ। ਸੋ ਉਹ ਜਿੱਥੇ ਕਾਫੀ ਵਾਲ ਝੜ ਕੇ ਗੰਜ ਨਿਕਲ ਰਹੀ ਸੀ ਉਹਨਾਂ ਥਾਵਾਂ ਤੇ ਇਹਨੂੰ ਜਦੋਂ ਮਲਿਆ ਗਿਆ 3 ਵਾਰ ਰੋਜ਼, ਤਾਂ ਇਹ ਕਿਉਂਕਿ ਜਜ਼ਬ ਹੋ ਜਾਂਦਾ ਜੇ ਬਾਹਰ ਨਹੀਂ ਰਹਿੰਦਾ, ਤੇ ਆਪਾਂ ਬਹੁਤ ਚੋਪੜਨਾ ਨਹੀਂ, ਯਾਨੀ ਜੇ ਬਰਾਬਰ ਦੀਆਂ 4 ਬੂੰਦਾਂ ਉਹ ਤੇ 4 ਬੂੰਦਾਂ ਉਹ ਲੈ ਕੇ 3 ਮਹੀਨੇ ਦੀ ਇਹਦੀ ਵਰਤੋਂ ਜਦੋਂ ਰੈਗੂਲਰ ਕੀਤੀ ਗਈ, ਉਹਦੇ ਵਿੱਚ ਵੀ ਉਹਨਾਂ ਨੇ ਖਾਸ ਜ਼ਿਕਰ ਕੀਤਾ ਕਿ ਭਾਈ ਜੇ ਹਾਰਮੋਨਾਂ ਦੀ ਗੜਬੜੀ ਜੇ ਤਾਂ ਉਹਦਾ ਦਵਾਈ ਤੁਹਾਨੂੰ ਨਾਲ ਲੈਣੀ ਪੈਣੀ ਜੇ, ਤੇ ਨਹੀਂ ਤਾਂ ਜੇ ਹਾਰਮੋਨ ਠੀਕ ਨੇ ਤਾਂ ਇਹ ਇਕੱਲਾ ਹੀ ਕਾਫੀ ਅਸਰਦਾਰ ਜੇ। ਤੇ ਉਹਦਾ ਨਤੀਜਾ ਹੀ ਸੀ ਜਿਹੜਾ ਹੁਣ ਕਮਾਲ ਦੇ ਢੇਰਾਂ ਦੇ ਢੇਰ ਸ਼ੈਂਪੂ, ਕੰਡੀਸ਼ਨਰ, ਹੇਅਰ ਮਾਸਕ ਤੱਕ ਕਲੌਂਜੀ ਦਾ ਤੇਲ ਇਹ ਨਾਲ ਪਾਇਆ ਜਾਣ ਲੱਗ ਗਿਆ, ਤੇ ਉਹ ਕੁਦਰਤੀ ਚੀਜ਼ ਦਾ ਹੀ ਅਸਰ ਅਸਲ ਵਿੱਚ ਹੈ। ਬਾਕੀ ਸਾਰਾ ਕੁਝ ਤਾਂ ਜੋ ਮਰਜ਼ੀ ਇਹਨੂੰ ਕਰੀ ਜਾਓ। ਪਰ ਇੱਕ ਹੋਰ ਜ਼ਰੂਰ ਅਹਿਮ ਗੱਲ ਫੁਲਬੈਰੀ ਦੀ, ਕਿਉਂਕਿ ਇਹ ਇੱਕ ਅਜਿਹੀ, ਮੈਮ ਮਾਫੀ ਚਾਹਾਂਗੀ, ਮੈਂ ਤੁਹਾਨੂੰ ਇੱਥੇ ਟੋਕਣਾ ਚਾਹਾਂਗੀ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਵਾਲ ਝੜਨ ਤੋਂ ਬਹੁਤ ਜ਼ਿਆਦਾ ਚਿੰਤਿਤ ਨੇ ਤੇ ਅੱਧੇ ਤਾਂ ਗੰਜੇ ਵੀ ਹੋ ਚੁੱਕੇ ਨੇ, ਜਿਨ੍ਹਾਂ ਨੂੰ ਜਿਹੜੇ ਚਾਹੁੰਦੇ ਨੇ ਕਿ ਕੁਛ ਨਾ ਕੁਛ ਅਜਿਹਾ ਬਾਜ਼ਾਰ ਦੇ ਵਿੱਚ ਮਿਲ ਜਾਵੇ ਜਿਸ ਨਾਲ ਅਸੀਂ ਠੀਕ ਹੋ ਜਾਈਏ। ਕਈ ਤਰ੍ਹਾਂ ਦੀਆਂ ਗੋਲੀਆਂ, ਕਈ ਤਰ੍ਹਾਂ ਦੇ ਕੈਪਸੂਲ, ਕਈ ਤਰ੍ਹਾਂ ਦੇ ਸ਼ੈਂਪੂ ਵਰਤਣੇ ਸ਼ੁਰੂ ਕਰ ਦਿੰਦੇ ਨੇ, ਤੇ ਅੱਧੇ ਤਾਂ ਅਜਿਹੇ ਨੇ ਜੋ ਇਹ ਸਭ ਕੁਝ ਵਰਤ ਕੇ ਹਟ ਗਏ, ਪਰ ਫਿਰ ਉਹਨਾਂ ਨੂੰ ਨਕਲੀ ਵਾਲ ਨੇ ਜਿਹੜੇ ਉਹ ਵੀ ਵਰਤਣੇ ਪੈ ਗਏ ਨੇ, ਤੇ ਕਈਆਂ ਨੇ ਤਾਂ ਨਕਲੀ ਵਾਲ ਨੇ ਜਿਹੜੇ ਉਹ ਲਗਵਾ ਵੀ ਲਏ ਨੇ, ਜਿੱਥੇ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਕਈਆਂ ਦੀਆਂ ਅੱਖਾਂ ਨੀਲੀਆਂ ਹੋ ਗਈਆਂ, ਕਈਆਂ ਦਾ ਚਿਹਰਾ ਨੀਲਾ ਹੋ ਗਿਆ, ਪਤਾ ਨਹੀਂ ਵਿਚਾਰਿਆਂ ਨੂੰ ਕਿਹੜੀਆਂ ਦੁਵਿਧਾਵਾਂ ਦੇ ਵਿੱਚੋਂ ਨਿਕਲਣਾ ਪਿਆ। ਤੇ ਉਹਨਾਂ ਲਈ ਸਿਰਫ ਛੋਟੀ ਜਿਹੀ ਕਲੌਂਜੀ ਇੰਨਾ ਵੱਡਾ ਕੰਮ ਕਰ ਸਕਦੀ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਸੋ ਸਾਰੇ ਹੀ ਪ੍ਰੋਗਰਾਮ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਹੈ, ਕਿਉਂਕਿ ਕਲੌਂਜੀ ਬੇਸ਼ੱਕ ਛੋਟੀ ਹੈ ਪਰ ਫਾਇਦਾ ਤੇ ਅਸਰ ਉਸਦਾ ਬਹੁਤ ਜ਼ਿਆਦਾ ਵੱਡਾ ਹੈ। ਤੇ ਹੁਣ ਆਪਾਂ ਗੱਲ ਕਰਾਂਗੇ ਫੁਲਵੈਰੀ ਦੀ, ਕਿਉਂਕਿ ਫੁਲਵੈਰੀ ਤੋਂ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਪਰੇਸ਼ਾਨ ਨੇ। ਕਈਆਂ ਨੂੰ ਜਨਮ ਤੋਂ ਹੀ ਹੁੰਦੀ ਹੈ, ਕਈਆਂ ਨੂੰ ਕੁਝ ਸਮਾਂ ਬਾਅਦ ਦੇ ਵਿੱਚ ਸਰੀਰ 'ਚ ਅਜਿਹੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸਰੀਰ ਤੇ ਜਿਹੜੀ ਉਹ ਫੁਲਵੈਰੀ ਹੋਣੀ ਸ਼ੁਰੂ ਹੋ ਗਈ ਹੈ। ਪਰ ਫੁਲਵੈਰੀ ਤੇ ਵੀ ਕਿੰਨੀ ਕੁ ਅਸਰਦਾਰ ਹੁੰਦੀ ਹੈ ਕਲੌਂਜੀ, ਇਸ ਬਾਰੇ ਆਪਾਂ ਮੈਮ ਤੋਂ ਜਾਣਾਂਗੇ। ਜੀ ਮੈਮ। ਜੀ ਮੈਂ ਜਿੱਥੇ ਗੱਲ ਤੁਸੀਂ ਮੁਕਾਈ ਸੀ ਮੈਂ ਉੱਥੇ ਦੁਬਾਰਾ ਥੋੜਾ ਜਿਹਾ ਲੈ ਜਾਵਾਂ ਕਿ ਇਕੱਲੇ ਇਸ ਦੇ ਲਾਣ ਨਾਲ ਜਿਵੇਂ ਵਾਲਾਂ ਦਾ ਉਗਣਾ, ਸ਼ਾਇਦ ਇਹ ਗਲਤ ਸੁਨੇਹਾ ਮੈਂ ਦੇ ਰਹੀ ਹਾਂ। ਮੈਂ ਵਾਰ-ਵਾਰ ਸਪਸ਼ਟ ਕੀਤਾ ਕਿ ਜੇ ਹਾਰਮੋਨਾਂ ਦੀ ਗੜਬੜੀ ਹੈ ਤਾਂ ਉਹਦਾ ਇਲਾਜ ਨਾਲ ਬਹੁਤ ਅਹਿਮ ਜੇ, ਉਸ ਤੋਂ ਬਗੈਰ ਇਸ ਤੇਲ ਨੇ ਅਸਰ ਨਹੀਂ ਵਿਖਾਉਣਾ। ਸੋ ਉਹ ਜ਼ਰੂਰ ਚੈੱਕ ਕਰ ਲਓ। ਕਈ ਵਾਰ ਉਮਰ ਦੇ ਨਾਲ ਜਾਂ ਕਈ ਵਾਰ ਬਹੁਤ ਜ਼ਿਆਦਾ ਸਟ੍ਰੈਸ ਦੇ ਨਾਲ, ਕਈ ਵਾਰ ਜੋ ਅਸੀਂ ਐਨਵਾਇਰਨਮੈਂਟਲ ਜੋ ਅਸੀਂ ਗੰਦਗੀ ਆਪ ਪੈਦਾ ਕਰ ਦਿੰਨੇ ਆ, ਉਹ ਸਾਰੀਆਂ ਚੀਜ਼ਾਂ ਦਾ ਬਹੁਤ ਡੂੰਘਾ ਅਸਰ ਪੈਂਦਾ ਜੇ। ਕੈਂਸਰ ਦੇ ਇਲਾਜ ਜੇ ਹੋ ਰਿਹਾ ਹੋਵੇ ਉਸ ਕਾਰਨ ਝੜੇ ਹੋਣ, ਜਾਂ ਯਾਨੀ ਇੰਨੇ ਕਾਰਨ ਨੇ, ਜੇ ਉਹ ਸਾਰੇ ਫਿਰ ਹੋਰ ਕੁਝ ਨਹੀਂ ਤਾਂ ਉਸ ਚਮੜੀ ਦੀ ਉੱਲੀ ਹੋ ਜਾਣੀ, ਉੱਥੇ ਦੀ ਇਨਫੈਕਸ਼ਨ ਇਸ ਤਰੀਕੇ ਦੀ, ਉਹ ਸਾਰੀਆਂ ਚੀਜ਼ਾਂ ਦਾ ਪਹਿਲਾਂ ਜ਼ਰੂਰ ਚੈੱਕਅਪ ਹੋਣਾ ਚਾਹੀਦਾ। ਫਿਰ ਜੇ ਉਹ ਚੀਜ਼ਾਂ ਦਾ ਨੁਕਸ ਨਹੀਂ ਹੈ
ਤਾਂ ਇਹ ਕਾਫੀ ਅਸਰਦਾਰ ਦਿਖਿਆ, ਕਿਉਂਕਿ ਖੋਜੀਆਂ ਨੇ ਸਪਸ਼ਟ ਕਿਹਾ ਕਿ ਤੁਸੀਂ ਆਪਣੀ ਉਹ ਟੈਸਟ ਜ਼ਰੂਰ ਕਰਵਾ ਕੇ ਫਿਰ ਇਹਨੂੰ ਲਾਓ। ਤੇ ਜੇ ਕੋਈ ਹੋਰ ਨੁਕਸ ਨਾਲ ਲੱਭਿਆ ਹੈ, ਤਾਂ ਜਿਵੇਂ ਮਿਸਾਲ ਵਜੋਂ ਜੇ ਤੁਹਾਡੀ ਉਸ ਥਾਂ ਤੇ ਕੋਈ ਕੈਂਸਰ ਕੀਮੋਥੈਰੇਪੀ ਹੋਈ ਹੋਈ ਹੈ, ਤਾਂ ਉਹ ਇਲਾਜ ਦੇ ਨਾਲੋਂ ਨਾਲ ਜੋ ਹੋਰ ਦਵਾਈਆਂ ਲੈਣੀਆਂ ਜੇ ਉਹਨਾਂ ਦੇ ਨਾਲ ਇਹ ਫਿਰ ਵਰਤੋਂ ਚ ਯਾਨੀ ਲਿਆਉਣਾ ਜੇ। ਕੱਲਾ ਇਸ ਨੂੰ ਸਿਰਫ ਤਾਂ ਹੀ ਇਹ ਅਸਰਦਾਰ ਹੈ ਜੇ ਹੋਰ ਨੁਕਸ ਨਹੀਂ ਹਨ, ਤਾਂ ਇਹ ਕੱਲਾ ਹੀ ਅਸਰਦਾਰ ਹੈ। ਜੀ ਜੀ, ਜਿੱਥੋਂ ਤੱਕ ਫੁੱਲੀ ਗੱਲ ਹੈ। ਦੂਸਰੀ ਇੰਪੋਰਟੈਂਟ ਗੱਲ ਮੈਂ ਇਹ ਕਿ ਕਿਸੇ ਵੀ ਚੀਜ਼ ਨਾਲ ਰਾਤੋਂ ਰਾਤ ਫਾਇਦਾ ਨਹੀਂ ਹੁੰਦਾ। ਆਮ ਤੌਰ ਤੇ ਅਸੀਂ ਇਹੀ ਕਰਦੇ ਹਾਂ ਕਿ ਮਹੀਨਾ ਕੁ ਵਰਤ ਲਿਆ ਤੇ ਫਿਰ ਅਸੀਂ ਢਿੱਲੇ ਪੈ ਜਾਂਦੇ ਹਾਂ, ਛੱਡ ਪਰਾਂ ਫਿਰ ਦੇਖਾਂਗੇ, ਜਾਂ ਫਿਰ ਲਾਉਂਦੇ ਹਾਂ, ਕਦੇ 2 ਦੀ ਥਾਂ ਤੇ 1 ਵਾਰ ਲਾ ਲਿਆ, 3 ਵਾਰ ਨਾ ਲਾਇਆ। ਸੋ ਇਹ ਚੀਜ਼ਾਂ ਅਹਿਮ ਨੇ ਕਿ ਅਸੀਂ ਰੈਗੂਲਰ 6 ਮਹੀਨੇ ਤੱਕ ਉਹਨੂੰ ਵਰਤ ਵੀ ਰਹੇ ਹਾਂ। ਤੇ ਜੇ ਨਹੀਂ ਵਰਤ ਸਕ ਰਹੇ ਤਾਂ ਫਿਰ ਕਸੂਰ ਕਲੌਂਜੀ ਦਾ ਨਹੀਂ ਜੇ, ਕਸੂਰ ਸਾਡਾ ਜੇ। ਖੈਰ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤਾ ਸੀ ਕਿ ਕੁਦਰਤੀ ਮੈਲਨਿਨ ਇਹ ਲਿਆਉਂਦਾ ਜੇ, ਠੀਕ ਰੱਖਦਾ ਜੇ। ਸੋ ਫੁਲਬੈਰੀ ਦੀਆਂ 2 ਖੋਜਾਂ ਜੋ ਫੁਲਬੈਰੀ ਦੇ ਮਰੀਜ਼ਾਂ ਤੇ ਹੋਈਆਂ, ਜਿਨ੍ਹਾਂ ਚ ਪਹਿਲੀ ਸੀ ਜਿੱਥੇ 33 ਮਰੀਜ਼ ਸਿਰਫ ਸ਼ਾਮਲ ਕੀਤੇ ਗਏ ਸਨ, ਜਿਸ ਵਿੱਚ ਉਹਨਾਂ ਦੇ ਹੱਥ ਤੇ ਮੂੰਹ ਤੇ ਪਿਸ਼ਾਬ ਦੇ ਰਾਹ ਦੇ ਆਸ-ਪਾਸ ਇਹਨਾਂ ਥਾਵਾਂ ਤੇ ਉਹਨਾਂ ਦੇ ਦਾਗ ਸਨ ਸਫੇਦ। ਤੇ ਉਹਦੇ ਵਿੱਚ 2 ਵਾਰ ਦਿਨ ਵਿੱਚ 6 ਮਹੀਨੇ ਲਗਾਤਾਰ ਕਲੌਂਜੀ ਦਾ ਤੇਲ ਲਾਉਣ ਨਾਲ ਉਹਨਾਂ ਵਿੱਚ ਉਹਨਾਂ ਨੇ ਜੋ ਖੋਜੀਆਂ ਨੇ ਲਿਖਿਆ ਕਿ 62% ਨੂੰ ਫਾਇਦਾ ਹੋਇਆ ਲੱਭਿਆ ਜੀ। ਹੁਣ ਦੂਸਰੀ ਖੋਜ ਜੋ ਇੱਕ ਸਨ 2014 ਵਿੱਚ ਹੋਈ, ਜਿਸ ਚ 52 ਲੋਕ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਵਿੱਚ ਬਾਂਹ, ਢਿੱਡ, ਸਿਰ, ਗਲੇ ਵੱਡੇ ਵੱਡੇ ਯਾਨੀ ਜਿਹਦੇ ਦਾਗ ਸਨ ਕਾਫੀ, ਉਹਨਾਂ ਨੂੰ 6 ਮਹੀਨੇ ਇਸੇ ਤਰ੍ਹਾਂ ਕਲੌਂਜੀ ਦਾ ਤੇਲ ਨਾਲ ਦਿੱਤਾ ਗਿਆ। ਨਾਲ ਉਹਦੇ ਜਿਹੜੇ ਹੋਰ ਨੁਕਸ ਲੱਭੇ ਸਨ ਉਹਦੀ ਦਵਾਈ ਵੀ ਖਾਣ ਨੂੰ ਦਿੱਤੀ ਗਈ। ਤੇ ਹੁਣ ਇਹ ਖੋਜ ਦੱਸਦੀ ਜੇ ਚੋਂ ਜਿਹੜੇ ਦਾਗਾਂ ਦੀ ਯਾਨੀ ਸਾਈਜ਼ ਸੀ, ਜੇ ਫਰਜ਼ ਕਰੋ ਐਡਾ ਵੱਡਾ ਸਾਈਜ਼ ਸੀ, ਤਾਂ ਉਹ ਘਟ ਕੇ ਲਗਭਗ ਅੱਧਾ ਰਹਿ ਗਿਆ ਸੀ ਇਸੇ ਸਿਰਫ ਕਲੌਂਜੀ ਦੇ ਤੇਲ ਲਾਉਣ ਨਾਲ। ਕਿਉਂਕਿ ਇਹਦੇ ਮੈਂ ਬਾਰ-ਬਾਰ ਦੱਸੀ ਜਾ ਰਹੀ ਹਾਂ, ਇਸ ਚ ਜੋ ਤੱਤ ਉਹ ਬਹੁਤ ਅਹਿਮ, ਬੜੇ ਲੰਮੇ ਸਮੇਂ ਤੱਕ ਅਸਰ ਵੀ ਛੱਡਦੇ ਨੇ ਜੀ। ਸੋ ਇਹ ਅਸਰ ਹੈ ਜਿਸ ਕਾਰਨ, ਜਿਵੇਂ ਮੈਂ ਦੱਸਿਆ, ਸਿਰ ਦੇ ਵਾਲ ਲੰਮੇ ਕਾਲੇ ਉਹਦੇ ਨਾਲ ਹੀ ਹੋ ਸਕਦੇ ਨੇ, ਉਸੇ ਤਰ੍ਹਾਂ ਹੀ ਇਹ ਤੇਲ ਇਸ ਤਰ੍ਹਾਂ ਦਾਗਾਂ ਦੇ ਉੱਤੇ ਵੀ ਬਹੁਤ ਅਸਰਦਾਰ ਦਿਖਿਆ। ਹਾਲੇ ਤੱਕ ਦੀਆਂ ਜਿੰਨੀਆਂ ਵੀ ਖੋਜਾਂ ਹੋਈਆਂ ਨੇ ਕਿਸੇ ਵੀ ਖਾਣ ਜਾਂ ਪੀਣ ਵਾਲੇ ਨੂੰ, ਕੁਦਰਤੀ ਚੀਜ਼ਾਂ ਵਿੱਚ ਫੁਲਬੈਰੀ ਦੇ ਉੱਤੇ ਇੰਨਾ ਤਗੜਾ ਅਸਰ ਕਿਸੇ ਹੋਰ ਕੁਦਰਤੀ ਚੀਜ਼ ਦਾ ਦਿਖਿਆ ਨਹੀਂ ਜੀ। ਸੋ ਮੈਂ ਆਪ ਸੱਚ ਦੱਸਾਂ ਤਾਂ ਕਿਉਂਕਿ ਹੁਣੇ ਹੀ ਇਹ ਖੋਜ ਪੜ੍ਹ ਕੇ ਹਟੀਆਂ, ਜ਼ਰਾ ਜਸਟ 3 ਕੁ ਦਿਨ ਪਹਿਲਾਂ ਹੀ, ਤਾਂ ਮੈਨੂੰ ਵੀ ਇੰਟਰਸਟ ਸੀ ਵੀ ਅੱਗੇ ਤੋਂ ਮੇਰੇ ਕੋਲ ਵੀ ਬੱਚੇ ਬਹੁਤ ਮਰੀਜ਼ ਆਉਂਦੇ ਨੇ, ਕੋਸ਼ਿਸ਼ ਕਰਕੇ ਵੇਖਾਂਗੇ ਜੇ ਇਸੇ ਚੀਜ਼ ਨਾਲ ਇੰਝ ਹੀ ਤੰਦਰੁਸਤੀ ਹੋ ਸਕਦੀ ਹੋਏ ਤਾਂ ਕਿਉਂ ਹੀ ਮਹਿੰਗੀਆਂ ਦਵਾਈਆਂ ਕਰੀਮਾਂ ਲਾਣੀਆਂ ਨੇ। ਜ਼ਰੂਰ ਕੋਸ਼ਿਸ਼ ਕਰਾਂਗੇ। ਪਰ ਗੱਲ ਉੱਥੇ ਹੀ ਰਹਿ ਜਾਂਦੀ ਹੈ ਕਿ ਡਾਕਟਰ ਕਿੰਨੀ ਵੀ ਵਾਹ ਲਾ ਲਵੇ, ਮਰੀਜ਼ ਹੀ ਕਈ ਵਾਰ ਸਾਨੂੰ ਕਹਿ ਦਿੰਦੇ ਨੇ ਕਿ ਜੇ ਅਸੀਂ ਕਲੌਂਜੀ ਹੀ ਲਾਣੀ ਸੀ, ਤੁਹਾਡੇ ਕੋਲ ਕੀ ਕਰਨਾ ਆ, ਦਵਾਈ ਲਿਖੋ। ਸੋ ਮਜਬੂਰ ਕਰ ਦਿੰਦੇ ਨੇ ਕਿ ਇਹ ਕਰੋ। ਫਿਰ ਵੀ ਮੈਂ ਅੱਜ ਸੁਣਨ ਵਾਲਿਆਂ ਅੱਗੇ ਬੇਨਤੀ ਕਰਦੀ ਹਾਂ ਕਿ ਇਹ ਤਾਂ ਖੋਜੀਆਂ ਦੀ ਖੋਜ ਹੈ ਜੋ ਅਸੀਂ ਪੜ੍ਹੀ ਹੈ। ਜੇ ਰੱਬ ਨਾ ਕਰੇ ਕਿਸੇ ਨੂੰ ਹੈ ਤਾਂ ਕੋਸ਼ਿਸ਼ ਕਰ ਵੇਖੋ, ਇਹਨੂੰ ਲਾ ਕੇ ਦੇਖੀਏ, ਵਾਕਈ ਅਸਰਦਾਰ ਹੈ। ਜਿੱਥੋਂ ਤੱਕ ਇਹਦੇ ਐਂਟੀ ਇਨਫਲੇਮੇਟਰੀ ਇਹਨਾਂ ਦੇ ਅਸਰ ਨੇ ਸਰੀਰ ਅੰਦਰਲੀ ਸੋਜ਼ਿਸ਼ ਘਟਾਉਣ ਲਈ, ਤਾਂ ਹੀ ਇਹ ਸ਼ੱਕਰ ਰੋਗੀਆਂ ਲਈ, ਕੈਂਸਰ ਦੇ ਰੋਗੀਆਂ ਲਈ, ਦਿਲ ਦੇ ਰੋਗੀਆਂ ਲਈ ਕੁਝ ਖੋਜਾਂ ਨੇ ਜਿਨ੍ਹਾਂ ਵਿੱਚ ਅਜੇ ਉਹਨਾਂ ਦੇ ਪੂਰੇ ਅਸਰ ਵੇਖੇ ਨਹੀਂ ਗਏ। ਪਰ ਉਹਨਾਂ ਨੇ ਕਲੌਂਜੀ ਦੇ ਬੀਜ ਜਦੋਂ ਨਾਲੋਂ ਨਾਲ ਖਵਾਏ ਤਾਂ ਵੇਖੇ ਕਿ ਇਹਨਾਂ ਵਿੱਚ ਜਿਹੜੀਆਂ ਦਵਾਈਆਂ ਚੱਲ ਰਹੀਆਂ ਸਨ, ਯਾਨੀ ਇਕੱਲੇ ਕਲੌਂਜੀ ਦੇ ਬੀਜ ਨਹੀਂ ਜੀ, ਚਲਦੀਆਂ ਦਵਾਈਆਂ ਦੇ ਨਾਲ ਜਦੋਂ ਇਹ ਲਏ ਗਏ ਤਾਂ ਉਹ ਬਿਮਾਰੀ ਦਾ ਜਿਹੜਾ ਘਟਨਾ ਥੋੜਾ ਜ਼ਿਆਦਾ ਤੇਜ਼ੀ ਨਾਲ ਵੇਖਿਆ ਗਿਆ। ਸ਼ੱਕਰ ਰੋਗ ਦੇ ਵਿੱਚ ਛੇਤੀ ਸ਼ੱਕਰ ਕਾਬੂ ਵਿੱਚ ਆਈ। ਇਸੇ ਤਰ੍ਹਾਂ ਕੈਂਸਰ ਦੀ ਜਦੋਂ ਦਵਾਈ ਚੱਲਦੀ ਦੇ ਨਾਲ ਇਹ ਲੈਣ ਨਾਲ ਉਹਦੇ ਅਸਰ ਚੰਗੇ ਦਿਸੇ। ਇਸੇ ਤਰ੍ਹਾਂ ਦਿਲ ਦੇ ਰੋਗੀਆਂ ਲਈ ਵੀ ਇਹਦਾ ਫਾਇਦਾ ਲੱਭਿਆ ਜੀ। ਹੁਣ ਹੈ ਤਾਂ ਵੈਸੇ ਗੱਲ ਅਜੀਬ, ਪਰ ਕਿਉਂਕਿ ਮੈਂ ਗੱਲ ਹੀ ਖੋਜ ਤੇ ਆਧਾਰਿਤ ਕਰ ਰਹੀ ਹਾਂ, ਤਾਂ ਇਹ ਖੋਜੀ ਕਲੇਮ ਕਰਦੇ ਨੇ ਕਿ ਇਹਦੇ ਨਾਲ ਜੀ ਭਾਰ ਘਟ ਜਾਂਦਾ ਹੈ ਤਾਂ ਤੇਲ, ਪਰ ਕਮਾਲ ਇਹ, ਉਹ ਕਹਿੰਦੇ ਜੀ ਅਸੀਂ ਮੋਟਾਪੇ ਦੀਆਂ ਸ਼ਿਕਾਰ 130 ਔਰਤਾਂ ਤੇ ਇਹ ਅਜ਼ਮਾਇਆ ਜਿਨ੍ਹਾਂ ਨੂੰ 8 ਹਫ਼ਤੇ 3 ਗ੍ਰਾਮ ਕਲੌਂਜੀ ਦਾ ਤੇਲ ਰੋਜ਼ ਪੀਣ ਨੂੰ ਦਿੱਤਾ ਗਿਆ ਜੀ। ਪਰ ਉਹਦੇ ਨਾਲ ਇੱਕ ਅਹਿਮ ਗੱਲ ਜੇ ਜੋ ਮੈਨੂੰ ਤਾਂ ਬੜੀ ਖੁਸ਼ੀ ਸੀ ਕਿ ਉਹਨਾਂ ਨੇ ਕਿਹਾ ਜੀ ਉਹਨਾਂ ਦੀ ਖੁਰਾਕ ਬੜੀ ਸਹੀ ਕੀਤੀ ਗਈ, ਸਖਤੀ ਨਾਲ, ਤੇ ਰੋਜ਼ ਕਸਰਤ
ਕਰਾਈ ਗਈ ਤੇ ਸਿੰਧਾ ਵੀ ਘੱਟ ਦਿੱਤਾ, ਮਿੱਠਾ ਵੀ ਘੱਟ ਦਿੱਤਾ। ਸੋ ਉਹਨਾਂ ਦੇ ਨਾਲ ਜਦੋਂ ਇਹ ਦਿੱਤਾ ਗਿਆ, ਦੋ ਗਰੁੱਪ ਬਣਾਏ ਗਏ ਸਨ, ਜਿਨ੍ਹਾਂ 'ਚ ਕੱਲੀ ਕਈਆਂ 'ਚ ਤਾਂ ਸਿਰਫ ਕਸਰਤ, ਘੱਟ ਮਿੱਠਾ ਖੁਰਾਕ ਠੀਕ ਕੀਤੀ ਗਈ, ਤੇ ਦੂਜੇ ਸਨ ਜਿਨ੍ਹਾਂ ਨੂੰ ਨਾਲੋਂ ਨਾਲ ਕਲੌਂਜੀ ਦਾ ਤੇਲ ਦਿੱਤਾ ਗਿਆ ਸੀ। ਹੁਣ ਇਹ ਵੇਖਣ ਵਿੱਚ ਉਹਨਾਂ ਨੇ ਆਇਆ ਕਿ ਜਿਨ੍ਹਾਂ ਨੂੰ ਨਾਲ ਕਲੌਂਜੀ ਦਾ ਤੇਲ ਦਿੱਤਾ ਗਿਆ ਸੀ, ਉਹਨਾਂ 'ਚ ਢਿੱਡ ਦੁਆਲੇ ਦਾ ਜਿਹੜਾ ਮੋਟਾਪਾ ਸੀ ਉਹ ਛੇਤੀ ਘਟਿਆ ਬਨਿਸਬਤ ਕੇ ਦੂਜਿਆਂ ਨਾਲੋਂ। ਉਸ ਤੋਂ ਬਾਅਦ 11 ਹੋਰ ਖੋਜਾਂ ਹੋਈਆਂ ਕਿ ਜਿਵੇਂ ਮੈਨੂੰ ਇਸ ਤੇ ਕਿੰਤੂ ਪ੍ਰੰਤੂ ਸੀ ਵੀ ਇਹ ਤਾਂ ਫਿਰ ਸ਼ਾਇਦ ਹੋ ਸਕਦਾ ਕੱਲੀ ਕਸਰਤ ਨਾਲ ਹੀ ਹੋਇਆ ਹੋਵੇ ਜਾਂ ਕੱਲੀ ਖੁਰਾਕ ਕੰਟਰੋਲ ਕਰਨ ਨਾਲ, ਪਰ 11 ਹੋਰ ਖੋਜਾਂ ਜਿਸ ਵਿੱਚ ਇਸੇ ਤਰ੍ਹਾਂ ਦੋ ਹਿੱਸੇ ਬਣਾਏ ਗਏ, ਇਕੱਲੇ ਖੁਰਾਕ ਨਾਲ, ਦੂਜੇ ਕਸਰਤ ਕਰਨ ਨਾਲ। ਤਾਂ ਫਿਰ ਜਿਨ੍ਹਾਂ ਨੂੰ ਕਲੌਂਜੀ ਦਾ ਤੇਲ ਨਾਲ ਦਿੱਤਾ ਗਿਆ ਸੀ, ਉਹਨਾਂ 'ਚ ਸਰੀਰ ਅੰਦਰੋਂ ਮੋਟਾਪੇ ਦੇ ਸੈੱਲ ਵੀ ਖੁਰੇ ਹੋਏ ਲੱਭੇ, ਉਹਨਾਂ ਦੇ ਈਵਨ ਕੋਲੈਸਟਰੋਲ ਲੈਵਲਸ ਵੀ ਘਟੀਆਂ ਹੋਈਆਂ ਲੱਭੀਆਂ। ਸੋ ਜੋ ਟੈਸਟਾਂ ਨੇ ਸਾਬਤ ਕੀਤਾ ਕਿ ਵਾਕਈ ਇਹ ਅਸਰਦਾਰ ਹੈ, ਸੋ ਨਾਲ ਲੈਣਾ ਚਾਹੀਦਾ ਜੀ। ਦਰਅਸਲ ਇਹਦਾ ਅਸਰ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੋਏ ਸਮਝ ਸਕਦੇ ਨੇ HbA1c ਕੀ ਹੈ, ਉਹਨਾਂ ਦੀ 3 ਮਹੀਨੇ ਤੱਕ ਦੀ ਮਾਤਰਾ ਕਿਵੇਂ ਸਰੀਰ 'ਚ ਰਹੀ, ਸ਼ੱਕਰ ਦੀ ਮਾਤਰਾ, ਉਹਦਾ ਟੈਸਟ, ਕਿਉਂਕਿ ਇਹ ਦੇਖਿਆ ਗਿਆ ਕਿ ਜਿਨ੍ਹਾਂ ਨੂੰ ਕਲੌਂਜੀ ਦਾ ਤੇਲ ਦਿੱਤਾ ਗਿਆ ਸੀ, ਉਹਨਾਂ ਸ਼ੱਕਰ ਰੋਗੀਆਂ ਵਿੱਚ ਉਹਨਾਂ ਦੀ ਸ਼ੱਕਰ ਮਾਤਰਾ ਬਿਲਕੁਲ ਸਹੀ ਰਹਿ ਸਕੀ। ਹੁਣ ਇਹ ਸਾਰਾ ਕੁਝ ਦੇਖਦਿਆਂ ਐਗਜ਼ੀਮਾ ਦੇ ਪੇਸ਼ੈਂਟਸ ਉੱਤੇ ਵੀ ਟਰਾਈ ਕੀਤਾ ਗਿਆ। ਬਹੁਤ ਦੁਖੀ ਕਰਦਾ ਜੇ ਜਿਨ੍ਹਾਂ ਦੇ ਐਗਜ਼ੀਮਾ, ਕਿਉਂਕਿ ਉਹ ਰਿਸੀ ਜਾਂਦਾ, ਜ਼ਖਮ ਬਹੁਤ ਔਖਾ ਹੁੰਦਾ ਜੇ। ਤੇ ਕਮਾਲ ਇਹ ਦੇਖੋ ਕਿ ਇਹਨਾਂ ਮਰੀਜ਼ਾਂ ਨੂੰ, ਜਿਹੜੀ ਹੁਣ ਵਾਕਈ ਮੈਨੂੰ ਲੱਗਦਾ ਹੈ ਕਿ ਅਹਿਮ ਖੋਜ ਜੋ ਸਾਨੂੰ ਸਾਂਝੀ ਕਰਨੀ ਚਾਹੀਦੀ ਹੈ, ਕਿ ਅੱਧੇ ਮਰੀਜ਼ਾਂ ਨੂੰ ਸਟੀਰੋਇਡ ਕਰੀਮ ਲਾਉਣ ਨੂੰ ਦਿੱਤੀ ਗਈ, ਅੱਧਿਆਂ ਨੂੰ ਇਹ ਕਲੌਂਜੀ ਦਾ ਤੇਲ ਜੀ। ਹੁਣ ਇਹ ਜੋ ਖੋਜੀ ਕਲੇਮ ਕਰਦੇ ਨੇ ਕਿ ਸਟੀਰੋਇਡਸ ਨਾਲੋਂ ਵੱਧ ਤੇ ਤੇਜ਼ੀ ਨਾਲ ਅਸਰ ਤੇ ਬਿਨਾਂ ਇੱਕ ਵੀ ਸਾਈਡ ਇਫੈਕਟ ਦੇ ਜੋ ਦੇਖਿਆ ਗਿਆ ਐਗਜ਼ੀਮਾ ਠੀਕ ਹੁੰਦਾ, ਉਹ ਕਲੌਂਜੀ ਦੇ ਤੇਲ ਨਾਲ ਬਹੁਤ ਕਮਾਲ ਦਾ ਅਸਰ ਦਿਖਿਆ। ਇਹ ਵਾਕਈ ਹੈਰਾਨ ਕਰ ਦੇਣ ਵਾਲੀ ਖੋਜ ਜੇ ਵੀ ਇਹੋ ਜਿਹੀ ਜਿਹੜੀ ਉਹਨਾਂ ਨੇ ਕੀਤੀ ਕਿ ਸਟੀਰੋਇਡਸ ਤੋਂ ਸਗੋਂ ਬਚਾਅ ਹੋ ਸਕੇ, ਤੇ ਦੂਜੇ ਪਾਸੇ ਇਹ ਯਾਨੀ ਕੁਦਰਤੀ ਚੀਜ਼ ਆਪਾਂ ਇਸ ਤਰ੍ਹਾਂ ਦੀ ਕਮਾਲ ਦੇ ਅਸਰ ਵਿਖਾ ਸਕਦੀ ਹੈ, ਤੇ ਫਿਰ ਲਾਇਆ ਕਿਵੇਂ ਗਿਆ ਸੀ। ਨਾਲੇ ਫਿਰ ਸਟੀਰੋਇਡਸ ਤੋਂ ਵੱਧ ਅਸਰ ਯਾਨੀ ਵਧੀਆ ਵੀ ਅਸਰ ਦਿਖੇ ਤਾਂ ਕਮਾਲ ਹੀ ਹੈ ਨਾ। ਦਿਨ ਵਿੱਚ 2 ਵਾਰ 4 ਹਫ਼ਤਿਆਂ ਲਈ ਇਹ ਤੇਲ ਦੀ ਵਰਤੋਂ ਇਹਨਾਂ 'ਚ ਕੀਤੀ ਗਈ ਸੀ। ਇਹਦੇ ਵਿੱਚ ਜੋ ਕਾਰਨ ਉਹਨਾਂ ਨੇ ਉਹੀ ਥਾਈਮੋਕਸਿਨ ਕਾਰਨ ਇਹ ਅਸਰ ਦਿਖਿਆ। ਉਹਨਾਂ ਨੇ ਕਿਹਾ ਕਿ ਕਮਾਲ ਦਾ ਅਸਰ ਜਿਹੜਾ ਉਹਦੇ ਕਾਰਨ ਸੀ। ਇਹਦੇ ਵਿੱਚ ਕਿਉਂਕਿ ਨਾਲੋਂ ਨਾਲ ਜਿਨ੍ਹਾਂ ਨੂੰ ਕੋਈ ਹੋਰ ਰੋਗ ਵੀ ਸੀ, ਕਿ ਬਲੱਡ ਪ੍ਰੈਸ਼ਰ ਹੈ, ਕੋਲੈਸਟਰੋਲ, ਜੋ ਵੀ ਮੈਂ ਦੱਸ ਚੁੱਕੀ ਹਾਂ, ਉਹਨਾਂ ਦੇ ਡੋਜ਼ ਜ਼ਰੂਰ, ਜੇ ਮੈਨੂੰ ਸਮਾਂ ਦੇ ਦਿਓ ਮੈਂ ਉਹਦੀ ਦੱਸਣਾ ਚਾਹੁੰਦੀ ਹਾਂ ਕਿੰਨੀ ਖੁਰਾਕ ਲਈ ਗਈ। ਜੀ ਮੈਮ, ਜ਼ਰੂਰ ਮੈਮ। ਹੁਣ ਇਹ ਖੋਜੀਆਂ ਨੇ ਲਿਖਿਆ ਕਿ ਅਸੀਂ ਅੱਧਾ ਚਮਚ ਕਲੌਂਜੀ ਦਾ ਤੇਲ, ਯਾਨੀ ਜਿਨ੍ਹਾਂ ਨੂੰ ਕੋਲੈਸਟਰੋਲ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਜਿਹੜਾ ਉਹਨਾਂ ਨੇ ਦਿੱਤਾ ਕਿ ਦਿਲ ਦੇ ਰੋਗ ਹੋ ਚੁੱਕੇ ਨੇ, ਅੱਧਾ ਚਮਚ ਕਲੌਂਜੀ ਦਾ ਤੇਲ ਦਿਨ ਵਿੱਚ 2 ਵਾਰ, ਯਾਨੀ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮ, 8 ਹਫ਼ਤੇ ਇਹਨਾਂ ਨੂੰ ਲਗਾਤਾਰ ਦਿੱਤਾ ਗਿਆ ਸੀ। ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਮਰੀਜ਼ਾਂ ਨੂੰ ਫਾਇਦਾ ਵੱਧ ਦਿਸਿਆ ਜਿਨ੍ਹਾਂ ਦੇ ਨਾਲੋਂ ਨਾਲ ਰੋਜ਼ਾਨਾ ਕਸਰਤ ਜਾਰੀ ਰੱਖੀ ਸੀ, ਤੇ ਖੁਰਾਕ ਦੇ ਵਿਚਲਾ ਨੈਚੁਰਲੀ ਜਿਹਨੂੰ ਇਹ ਪ੍ਰੋਬਲਮਸ ਹੋ ਚੁੱਕੀਆਂ ਨੇ, ਖੁਰਾਕ ਵਿੱਚ ਤਾਂ ਤਬਦੀਲੀ ਉਹਨਾਂ ਨੂੰ ਕਰਨੀ ਪੈਣੀ ਹੈ। ਪਰ ਜਦੋਂ ਇਹ 2 ਹਿੱਸਿਆਂ ਵਿੱਚ ਵੰਡ ਕੇ ਕੀਤਾ ਜਾਏ ਨਾ ਮਰੀਜ਼ਾਂ ਨੂੰ, ਕਿ ਇੱਕੋ ਜਿਹੀ ਚੀਜ਼ ਕਰ ਰਹੇ ਨੇ ਪਰ ਐਡੀਸ਼ਨਲ ਜਿਨ੍ਹਾਂ ਨੇ ਕਲੌਂਜੀ ਦਾ ਤੇਲ ਲਿਆ ਉਹਨਾਂ ਨੂੰ ਫਾਇਦਾ ਵੱਧ ਦਿਖਿਆ ਹੋਵੇ, ਤਾਂ ਸਮਝ ਆ ਜਾਂਦਾ ਕਿ ਵਾਕਈ ਇਹ ਅਸਰਦਾਰ ਹੈ। ਹੁਣ ਇਹ ਇੱਕ ਕਿਸਮ ਦਾ ਕੁਦਰਤੀ ਮਸਾਲਾ ਜੇ, ਜ਼ਰਾ ਥੋੜਾ ਜਿਹਾ ਮੈਂ ਸ਼ੁਰੂ 'ਚ ਵੀ ਇਹੀ ਦੱਸਿਆ ਸੀ ਕਿ ਜਿਵੇਂ ਮਸਾਲਿਆਂ ਦੇ ਵਿੱਚ ਜੀਰਾ, ਅਜਵਾਇਣ, ਉਦਾਂ ਦੀਆਂ ਚੀਜ਼ਾਂ ਵਾਂਗ ਹੀ ਇਹ ਵੀ ਇੱਕ ਕਿਸਮ ਦਾ ਮਸਾਲਾ ਜੇ, ਜਿਸਨੂੰ ਖੁਸ਼ਬੂ ਵਜੋਂ ਵੀ ਵਰਤਿਆ ਜਾਂਦਾ ਰਿਹਾ, ਜਿਸ ਨੂੰ ਮੈਂ ਦੱਸ ਚੁੱਕੀ ਹਾਂ ਕਿ ਕ੍ਰਿਸ਼ਮਾ ਕੁਦਰਤੀ, ਜਿਵੇਂ ਇਸ ਤਰ੍ਹਾਂ ਦਾ ਅਸਰ ਇਹ ਕਹਿੰਦੇ ਨੇ ਕਿ ਵਾਲਾਂ ਲਈ, ਚਮੜੀ ਲਈ, ਜੋ ਆਪਾਂ ਹੁਣ ਸਾਰਾ ਕੁਝ ਸੁਣ ਵੀ ਚੁੱਕੇ ਹਾਂ, ਕਿਉਂਕਿ ਇਸ 'ਚ ਵਿਟਾਮਿਨ A, D, E, K ਯਾਨੀ ਢੇਰ ਸਾਰੀਆਂ ਚੀਜ਼ਾਂ ਨੇ। ਤੇ ਇਹਨੂੰ ਪੁਰਾਣੇ ਸਮਿਆਂ ਦੇ ਹਕੀਮਾਂ ਵੱਲੋਂ ਲੰਮੀ ਉਮਰ ਦਾ ਇੱਕ ਜ਼ਰੀਆ ਤੱਕ ਮੰਨ ਲਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਆ ਬੇਸ਼ਕੀਮਤੀ ਚੀਜ਼ ਕੁਦਰਤ ਨੇ ਸਾਨੂੰ ਬਖਸ਼ੀ, ਤੇ ਫਿਰ ਪਤਾ ਜੇ ਅਸੀਂ ਕੀ ਕਰ ਰਹੇ ਹਾਂ। ਹੁਣ ਤੱਕ ਦੀਆਂ ਲਗਭਗ 400-500 ਕਿਸਮਾਂ ਦੀਆਂ ਇਹੋ ਜਿਹੀਆਂ ਬੇਸ਼ਕੀਮਤੀ ਬੂਟੀਆਂ ਸੀ ਸਦੀਵੀ ਤੌਰ ਤੇ ਇਸ ਧਰਤੀ ਤੋਂ ਖਤਮ ਕਰ ਦਿੱਤੀਆਂ, ਜੋ ਅਸੀਂ ਕੈਮੀਕਲ ਸਪਰੇਜ਼ ਕਰਦੇ ਹਾਂ। ਤੇ ਇਹਦੇ ਉੱਤੇ ਵੀ ਅਸੀਂ ਜੋ ਜ਼ਹਿਰ ਭਰ ਕੇ
ਇਸ ਵੇਲੇ ਨੁਕਸਾਨ ਆਪਣਾ ਹੀ ਕਰਵਾ ਰਹੇ ਹਾਂ। ਜੀ ਇੱਥੋਂ ਸਮਝ ਆ ਜਾਂਦੀ ਹੈ ਕਿ ਅਸੀਂ ਮਿਲਾਵਟ ਦੇ ਨਾਲ ਕਿਉਂਕਿ ਇਹਦੇ ਚ ਬੇਅੰਤ ਅਸੀਂ ਜਿੱਥੇ ਪਿਆਜ਼ਾਂ ਦੇ ਬੀਜ ਮਿਲਾ ਕੇ ਦਿੰਦੇ ਹਾਂ ਤਾਂ ਕਿ ਪੂਰਾ ਅਸਰ ਇਹਦਾ ਨਾ ਹੋ ਸਕੇ, ਜੋ ਕਿ ਵਕਤੀ ਅਸੀਂ ਆਪਣੀ ਫਾਇਦੇ ਲਈ ਦੇ ਰਹੇ ਹਾਂ। ਜੀ ਦੂਜੇ ਪਾਸੇ ਅਸੀਂ ਕੈਮੀਕਲ ਛਿੜਕ ਕੇ ਇਹਦੇ ਵਿੱਚੋਂ ਫਾਇਦਾ ਲੈਣ ਦੀ ਥਾਂ ਆਪਣੇ ਅੰਦਰ ਜ਼ਹਿਰ ਲੰਗਾਈ ਜਾ ਰਹੇ ਹਾਂ। ਸੋ ਹੋ ਸਕਦਾ ਹੈ ਕਿ ਜੇ ਤੁਸੀਂ ਇਸੇ ਤਰ੍ਹਾਂ ਦਾ ਮਿਕਸਡ ਜਿਹੜੀ ਚੀਜ਼ ਵਿੱਚੋਂ ਇਹ ਤੇਲ ਵਰਤੋ ਤੇ ਤੁਹਾਡੇ ਵਾਲ ਸਗੋਂ ਉੱਗਣ ਦੀ ਥਾਂ ਤੇ ਝੜਨੇ ਵੀ ਸ਼ੁਰੂ ਹੋ ਸਕਦੇ ਨੇ। ਬਹੁਤ ਤਗੜੀ ਵਾਰਨਿੰਗ ਜੇ ਖੋਜ ਬਾਅਦ ਕਿ ਜੀ ਜੇ ਇਹ ਕਲੌਂਜੀ ਦਾ ਤੇਲ ਅਸਲੀ ਨਹੀਂ ਹੈ ਜਾਂ ਇਹਦੇ ਵਿੱਚ ਮਿਕਸਚਰ ਨਾਲ ਮਿਲ ਜਾਂਦਾ ਜੇ, ਜਿਸ ਚ ਭਾਵੇਂ ਉਹ ਕੈਮੀਕਲ ਫਰਟੀਲਾਈਜ਼ਰਸ ਹੋਣ ਜਾਂ ਜੋ ਤੁਸੀਂ ਪਿਆਜ਼ਾਂ ਦੇ ਬੀਜ ਜਿਹੜੇ ਕਿ ਠੀਕ ਨਾ ਹੋਣ ਉਹ ਮਿਕਸ ਕੀਤੇ ਗਏ ਹੋਣ, ਤੇ ਪੁੱਠਾ ਅਸਰ ਵੀ ਦਿਖਾ ਸਕਦਾ। ਸੋ ਜੀ ਇਹ ਸਾਡੇ ਉੱਤੇ ਹੈ ਕਿ ਅਸੀਂ ਕਿੰਨਾ ਕੁ ਕੁਦਰਤ ਨਾਲ ਖਿਲਵਾੜ ਕਰਨਾ। ਜੀ ਤੇ ਮੈਮ ਜਿਸ ਹਿਸਾਬ ਦੇ ਨਾਲ ਤੁਸੀਂ ਅੱਜ ਕਲੌਂਜੀ ਬਾਰੇ ਦੱਸਿਆ, ਉਸਦੇ ਫਾਇਦੇ ਦੱਸੇ ਤੇ ਨਾਲ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਿਆ ਕਿ ਕਿਸ ਹਿਸਾਬ ਦੇ ਨਾਲ ਤੁਸੀਂ ਕਲੌਂਜੀ ਲੈਣੀ ਹੈ, ਭਾਵੇਂ ਬੀਜਾਂ ਦੇ ਰੂਪ ਦੇ ਵਿੱਚ ਲੈਣੀ ਹੈ, ਭਾਵੇਂ ਤੇਲ ਦੇ ਰੂਪ ਦੇ ਵਿੱਚ ਯੂਜ਼ ਕਰਨੀ ਹੈ, ਉਹ ਭਾਵੇਂ ਪੀਣੀ ਹੈ ਤੇ ਭਾਵੇਂ ਵਾਲਾਂ ਤੇ ਲਾਉਣੀ ਹੈ। ਨਾਲ ਅਸੀਂ ਤੁਹਾਨੂੰ ਇਹ ਵੀ ਦੱਸਦੇ ਰਹਿੰਦੇ ਹਾਂ ਕਿ ਇਹ ਜਿਹੜੀਆਂ ਵਾਰਨਿੰਗ ਨੇ ਇਹ ਵੀ ਖੋਜ ਦੇ ਵਿੱਚ ਦਿੱਤੀਆਂ ਹੋਈਆਂ ਨੇ, ਤਾਂ ਕਿਰਪਾ ਕਰਕੇ ਸਾਵਧਾਨੀ ਪੂਰਵਕ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ, ਪਰ ਉਹਦੇ ਫਾਇਦੇ ਨੇ ਜਿਹੜੇ ਉਹ ਫਾਇਦੇ ਵੀ ਆਪਾਂ ਜ਼ਰੂਰ ਲੈਣੇ ਆ। ਤਾਂ ਮੈਮ ਸਮਾਂ ਹਾਲੇ ਸਾਡੇ ਕੋਲ ਪਿਆ, ਤਾਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ, ਬਹੁਤ ਜ਼ਿਆਦਾ ਗਰਮੀਆਂ ਨੇ, ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਤਾਂ ਘਰਾਂ ਦੇ ਵਿੱਚ ਬੱਚੇ ਬਹੁਤ ਪਰੇਸ਼ਾਨ ਕਰ ਰਹੇ ਨੇ, ਖਾਣ ਪੀਣ ਦੀਆਂ ਕੁਝ ਨਵੀਆਂ ਡਿਮਾਂਡਸ ਕਰਦੇ ਨੇ। ਤਾਂ ਜਾਂਦੇ ਜਾਂਦੇ 5-7 ਮਿੰਟ ਦੇ ਵਿੱਚ ਬੱਚਿਆਂ ਦੇ ਲਈ ਕੁਝ ਖੁਰਾਕ, ਕੁਝ ਖਾਣਾ ਜ਼ਰੂਰ ਦੱਸਦੇ ਜਾਓ। ਦੇਖੋ, ਪੁਰਾਣਾ ਵਿਆਹ ਫੁਲਕਾ ਜੇ ਬਚ ਜਾਵੇ, ਮੇਰਾ ਖਿਆਲ ਅਸੀਂ ਅੰਨ ਨੂੰ ਬਚਾਉਂਦੇ ਰਹੀਏ ਤਾਂ ਬਹੁਤ ਵਧੀਆ ਜੇ। ਸੋ ਉਹ ਪੁਰਾਣਾ ਵਿਆਹ ਫੁਲਕਾ ਜੋ ਅਸੀਂ ਹੌਲੀ ਹੌਲੀ ਭੁਲਾ ਚੁੱਕੇ ਆ ਨਾ, ਉਹੀ ਯਾਦ ਕਰਵਾਉਣ ਲੱਗੀ ਆ ਜੀ ਕਿ ਉਹਨੂੰ ਦੇਸੀ ਘਿਓ ਦੇ ਵਿੱਚ ਹਲਕਾ ਜਿਹਾ ਉਹਨੂੰ ਕੋਸਾ ਕਰ ਲਓ ਤੇ ਦੇਸੀ ਘਿਓ ਦੇ ਵਿੱਚ ਯਾਨੀ ਭੁੰਨ ਕੇ, ਬਰੀਕ ਬਰੀਕ ਟੋਟੇ ਕਰਕੇ ਦੇਸੀ ਘਿਓ ਵਿੱਚ ਉਹਨੂੰ ਹਲਕਾ ਜਿਹਾ ਭੁੰਨ ਕੇ ਉਹਦੇ ਵਿੱਚ ਸ਼ੱਕਰ ਮਿਲਾਓ ਤੇ ਫਿਰ ਉਹਨੂੰ ਭੁੰਨ ਲਓ ਆਪਣੇ ਹੱਥ ਦੇ ਨਾਲ। ਕਮਾਲ ਦੀ ਉਹ ਵਧੀਆ ਜਿਹੀ ਤੁਹਾਡੀ ਬਣ ਜਾਣੀ ਜੇ ਚੂਰੀ। ਪਰ ਉਹਦੇ ਵਿੱਚ ਚੇਤੇ ਰੱਖਿਓ, ਚਿੱਟੇ ਤਿਲ ਜੇ ਤੁਸੀਂ ਥੋੜੇ ਜਿਹੇ ਚਮਚ ਦਾ ਅੱਧਾ ਕੁ ਹਿੱਸਾ ਉਹਦੇ ਵਿੱਚ ਮਿਕਸ ਕਰ ਲਓ ਤੇ ਫਿਰ ਜੇ ਸਾਰੇ ਜਣੇ ਇਹਨੂੰ ਯਾਨੀ ਇੱਕ ਗੋਲਾ ਨਿੱਕਾ ਜਿਹਾ ਬਣਾ ਕੇ ਤੇ ਉਹ ਉਹਨਾਂ ਕੁ ਜੇ ਰੋਜ਼ ਖਾ ਲਿਆ ਕਰੋ, ਤਾਂ ਫਿਰ ਜਿਹੜਾ ਸਿਹਤ ਵਜੋਂ ਤੁਹਾਨੂੰ ਫਾਇਦਾ ਹੋਣਾ ਜੇ ਉਹ ਤੁਹਾਨੂੰ ਅਸਰ ਦਿਖੇਗਾ 3 ਮਹੀਨੇ ਬਾਅਦ, ਕਿਉਂਕਿ ਅਸਲੀ ਕਮਾਲ ਉਹਦੇ ਵਿਚਲੇ ਦੇਸੀ ਘਿਓ ਨੇ ਤੇ ਉਹਦੇ ਵਿਚਲੇ ਤਿਲਾਂ ਨੇ ਕਰਨਾ ਜੇ। ਪਰ ਨਾਲੋਂ ਨਾਲ ਸ਼ਾਇਦ ਇਹ ਅਹਿਮੀਅਤ ਸਾਨੂੰ ਸਮਝ ਆ ਜਾਏਗੀ ਕਿ ਵਿਆਹ ਫੁਲਕਾ ਕਿਆ ਕਮਾਲ ਦਾ ਅਸਰ ਵਿਖਾਉਂਦਾ ਜੇ। ਤਾਂ ਉਸ ਤੋਂ ਬਾਅਦ ਪਤਾ ਲੱਗਦਾ ਜੇ ਕਿ ਕੁਦਰਤ ਨੇ ਸਿਰਫ ਰੱਜੇ ਪੁੱਜਿਆਂ ਲਈ ਨਹੀਂ, ਬਲਕਿ ਜਿਨ੍ਹਾਂ ਨੂੰ ਬੜਾ ਔਖਾ ਨਸੀਬ ਹੁੰਦਾ ਜੇ ਖਾਣ, ਉਹ ਵੀ ਕੀ ਕੁਛ ਉਹਦੇ ਚੋਂ ਗੁਣ ਕੱਢ ਕੇ ਲੈ ਜਾਂਦੇ ਨੇ। ਸੋ ਇਹ ਵਿਆਹ ਫੁਲਕਾ ਖਾਓ ਤੇ ਨਾਲੇ ਸਿਹਤਮੰਦ ਰਹੋ ਤੇ ਚੇਤੇ ਰੱਖਿਓ ਕਿ ਅਗਾਂਹ ਤੋਂ ਅਸੀਂ ਖਾਣਾ ਬਹੁਤ ਮਹਿੰਗਾ ਜੇ ਤੇ ਲੋਕ ਬਥੇਰੇ ਨੇ ਜਿਹੜੇ ਤਰਸਦੇ ਨੇ 2 ਵੇਲੇ ਦੀ ਰੋਟੀ ਲਈ। ਸੋ ਇਹ ਖਾਣਾ ਅਸੀਂ ਖਰਾਬ ਨਾ ਕਰੀਏ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਹਮੇਸ਼ਾ ਹੀ ਨਵਦੀਪ ਜੀ ਕੋਈ ਗੱਲ ਕੀਤੀ ਜੇ ਕਿ ਅਸੀਂ ਜ਼ਬਾਨ ਹੌਲੀ ਹੌਲੀ ਤੋਂ ਤਿਲਕਦੇ ਜਾਂਦੇ ਹਾਂ, ਖੁੱਸਦੀ ਜਾਂਦੀ ਹੈ ਸਾਡੀ ਜ਼ਬਾਨ, ਜਿਹਦੇ ਨਾਲ ਸਾਡੀ ਪਛਾਣ ਜੁੜੀ ਹੈ, ਜਿਹਦੇ ਨਾਲ ਸਾਡਾ ਸੱਭਿਆਚਾਰ ਜੁੜਿਆ, ਜਿਹਦੇ ਨਾਲ ਸਾਡਾ ਇਤਿਹਾਸ ਜੁੜਿਆ, ਬਹੁਤ ਮਾਣਮੱਤਾ ਇਤਿਹਾਸ ਹੈ। ਉਹ ਜ਼ਬਾਨ ਹੌਲੀ ਹੌਲੀ ਤਿਲਕਦੀ ਹੇਠਾਂ ਤੁਰੀ ਜਾਂਦੀ ਜੇ ਤੇ ਸਾਡੇ ਕੋਲੋਂ ਖੁੱਸਦੀ ਜਾਂਦੀ ਜੇ। ਅਸੀਂ ਬਹੁਤੇ ਫਿਕਰਮੰਦ ਨਹੀਂ, ਸਾਨੂੰ ਲੱਗਦਾ ਗਿਣੇ ਚੁਣੇ ਸ਼ਬਦਾਂ ਨਾਲ ਹੀ ਸੀਮਤ ਹੋ ਜਾਈਏ, ਪਰ ਉਹ ਵਾਕਈ ਜ਼ਬਾਨ ਦੀ ਅਮੀਰੀ ਘਟਦੀ ਹੈ। ਇਸੇ ਤਰ੍ਹਾਂ ਬਹੁਤੇ ਫਿਕਰਮੰਦ ਨਹੀਂ ਆ ਅਸੀਂ ਜਦੋਂ ਦੇਖਦੇ ਹਾਂ ਕਿ ਕੁੜੀਆਂ ਦੀ ਗਿਣਤੀ ਘਟਦੀ ਜਾਂਦੀ ਹੈ, ਕਿਉਂਕਿ ਜ਼ਬਾਨ ਤੇ ਬੇਟੀ ਇਹ 2 ਚੀਜ਼ਾਂ ਨੇ, ਬੋਲੀ ਤੇ ਬੇਟੀ, ਜਿਹੜੀ ਵੇਲ ਵਧਾਉਂਦੀਆਂ ਨੇ ਕਿਸੇ ਕੌਮ ਦੀ। ਉਹਦੇ ਵੱਲੋਂ ਵੀ ਅਸੀਂ ਫਿਕਰਮੰਦ ਨਹੀਂ, ਅਸੀਂ ਬੜੇ ਬੇਫਿਕਰੇ ਹੋ ਕੇ ਕਹਿ ਦਿੰਦੇ ਹਾਂ ਕਿਸੇ ਹੋਰ ਕੌਮ ਚੋਂ ਅਸੀਂ ਧੀਆਂ ਲੈ ਆਵਾਂਗੇ, ਕੋਈ ਗੱਲ ਨਹੀਂ, ਸਾਡੀ ਕੁੱਲ ਚੱਲਣੀ ਚਾਹੀਦੀ ਹੈ। ਪਰ ਇਹ ਕੁੱਲ ਦੇ ਨਾਲ ਨਾਸ ਵੱਜਦੀ ਜੇ ਅਸਲ ਵਿੱਚ ਉਸ ਕੌਮ ਦੀ ਜਿਹੜੀ ਹੌਲੀ ਹੌਲੀ ਆਪਣੇ ਕੁੱਖੋਂ ਉਸ ਤਰੀਕੇ ਦੇ ਸ਼ੇਰ ਪੈਦਾ ਨਹੀਂ ਕਰ ਸਕਦੀ। ਤੇ ਤੀਸਰੀ ਚੀਜ਼ ਹੁੰਦੀ ਜੇ ਲੰਮੀ ਜ਼ਿੰਦਗੀ ਦੀ ਕਾਮਨਾ ਕਰਨ ਵਾਲਿਆਂ ਲਈ ਇਹ ਬੇਸ਼ਕੀਮਤੀ ਕੁਦਰਤੀ ਚੀਜ਼ਾਂ, ਜਿਨ੍ਹਾਂ ਨੂੰ ਅਸੀਂ ਸਿਰਫ ਆਪਣੇ ਵਕਤੀ ਫਾਇਦੇ ਲਈ ਜਿਸ ਤਰੀਕੇ ਦੇ 80 ਗੁਣਾ ਵੱਧ ਛਿੜਕਾਅ ਕਰ ਰਹੇ ਹਾਂ ਨਾ,
ਸਾਡੇ ਅੰਦਰਲੇ ਜੀਨ ਵਿੱਚ ਤਬਦੀਲੀ ਹੋ ਚੁੱਕੀ ਸਾਬਤ ਹੋਏ ਤੱਥ ਨੇ। ਜੀ ਜੀ। ਯਾਨੀ ਸਾਡੀ ਕਿਤੇ ਦੂਜੀ ਤੀਜੀ ਚੌਥੀ ਕੁ ਪੁਸ਼ਤ ਤੱਕ ਜਾਂਦਿਆਂ ਇਹੋ ਜਿਹੇ ਰੋਗ ਲੱਗ ਸਕਦੇ ਨੇ ਜਿਨ੍ਹਾਂ ਵਿੱਚ ਸਾਡੇ ਅਗਲੀ ਨਸਲ ਸ਼ਾਇਦ ਪੂਰੀ ਨਾਰਮਲ ਬਣ ਕੇ ਨਾ ਆ ਸਕੇ ਜਾਂ ਲੰਮੀ ਉਮਰ ਨਾ ਭੋਗ ਸਕੇ। ਤਾਂ ਜੇ ਇੰਨੀ ਕੁ ਗੱਲ ਸਾਨੂੰ ਅੱਜ ਸਮਝ ਆ ਜਾਏ, ਮੇਰਾ ਖਿਆਲ ਹੈ ਅਸੀਂ ਇਹ ਜ਼ਹਿਰ ਛਿੜਕਣਾ ਬੰਦ ਕਰ ਦਿਆਂਗੇ, ਕਿਉਂਕਿ ਇਹ ਜ਼ਹਿਰ ਸਿਰਫ ਇੱਕ ਨਸਲ ਤੱਕ ਨਹੀਂ, ਕਈ ਨਸਲਾਂ ਤੱਕ ਅਸਰ ਵਿਖਾਉਂਦਾ ਜੇ। ਇਹੋ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਅਸੀਂ ਕੁਦਰਤੀ ਚੀਜ਼ਾਂ ਵੱਲ ਧਿਆਨ ਕਰੀਏ ਤਾਂ ਜ਼ਰੂਰ ਅਸੀਂ ਸਾਰੇ ਹੀ ਇੱਥੇ ਹੀ ਸਵਰਗ ਮਾਣ ਸਕਾਂਗੇ। ਜੀ ਜੀ। ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇहद ਪਿਆਰ ਕਰਦੇ ਹੋ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਨੇ। ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰ ਇੱਕ ਚੀਜ਼ ਬਾਰੇ, ਖਾਸ ਕਰਕੇ ਰਸੋਈ ਦੇ ਵਿੱਚ ਰੱਖੇ ਹੋਏ ਸਮਾਨ ਨੂੰ ਹੀ ਲੈ ਕੇ ਕਿਸ ਹਿਸਾਬ ਦੇ ਨਾਲ ਤੁਸੀਂ ਆਪਣਾ ਉਪਚਾਰ ਕਰ ਸਕਦੇ ਹੋ, ਕਿਹੜੀਆਂ ਚੀਜ਼ਾਂ ਸਾਡੇ ਸਰੀਰ ਦੇ ਲਈ ਲਾਹੇਵੰਦ ਨੇ, ਉਹਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਹੁੰਦੇ। ਆਸ ਕਰਾਂਗੇ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਇਸ ਪ੍ਰੋਗਰਾਮ ਦੇ ਬਾਬਤ ਤੇ ਕਿਹੜੇ-ਕਿਹੜੇ ਦਰਸ਼ਕਾਂ ਨੇ ਕਲੌਂਜੀ ਨੂੰ ਯੂਜ਼ ਕੀਤਾ ਤੇ 3 ਮਹੀਨੇ ਯੂਜ਼ ਕਰਨੀ ਬੇहद ਜ਼ਰੂਰੀ ਹੈ, ਕਿਉਂਕਿ ਮੈਮ ਨੇ ਕਿਹਾ ਸੀਗਾ ਕਿ 3 ਮਹੀਨੇ ਤੋਂ ਪਹਿਲਾਂ ਤੁਸੀਂ ਇਸ ਦਾ ਰਿਜ਼ਲਟ ਨਹੀਂ ਦੇ ਸਕਦੇ। ਕੋਈ ਵੀ ਚੀਜ਼ ਜੇਕਰ ਵਰਤਣੀ ਹੈ ਤਾਂ ਘੱਟੋ ਘੱਟ 3 ਮਹੀਨਿਆਂ ਦਾ ਜਿਹੜਾ ਹੈਗਾ ਸਮਾਂ ਉਸ ਚੀਜ਼ ਨੂੰ ਜ਼ਰੂਰ ਦਿਓ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।